ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਮੰਝਧਾਰ ਅੰਕ 6ਵਾਂ। ਸ਼ਿੰਬੂ ਦੀ ਤਜਵੀਜ਼ ਨੂੰ ਨਵਲ ਕਿਸ਼ੋਰ ਨੇ ਪਸੰਦ ਕੀਤਾ, ਪਰ ਇਸ ਪਸੰਦਗੀ ਨੇ ਉਸ ਦੇ ਅੰਦਰ ਉਹ ਜਿਹੜੀ ਤੁਖਤੁਖੀ ਜਿਹੀ ਹੋ ਰਹੀ ਸੀ ਕੱਸੀ ਕਰਨ ਦੇ ਥਾਂ ਸਗੋਂ ਹੋਰ ਤੇਜ਼ ਕਰ ਦਿੱਤੀ। ਤੇ ਸ਼ਿੰਬੂ ਦੇ ਕਹੇ ਹੋਏ ਵਾਕ, ਤੂੰ ਉਸ ਨੂੰ ਲੱਖ ਰੁਪਏ ਦੀ ਚੀਜ਼ ਦਵਾਈ 5-10 ਹਜ਼ਾਰ ਲੈ ਮਰ ਦਿਓ, ਜਿਵੇਂ ਸੋਨੇ ਦੀਆਂ ਚਾਪਕਾਂ ਬਣ ਬਣ ਕੇ ਉਸ ਦੀ ਖੱਲੜੀ ਤੇ ਵੱਜ ਰਹੀਆਂ ਸਨ। 5-10 ਹਜ਼ਾਰ, 5-10 ਹਜ਼ਾਰ, 5-10 ਹਜ਼ਾਰ। ਕਿਸੇ ਘੜਿਆਲ ਦੀ ਕੰਨ ਪਾੜਵੀਂ ਟਨ ਟਨ ਬਣ ਕੇ ਉਸ ਦੇ ਕੰਨਾਂ ਦੇ ਪਰਦਿਆਂ ਨਾਲ ਟਕਰਾ ਰਹੀ ਸੀ। ਉਸ ਦੇ ਘਰ ਵਿੱਚ ਤੰਗੀ ਵੀ ਰਹਿੰਦੀ ਸੀ ਤੇ ਕਲੇਸ਼ ਵੀ। ਉਸ ਦਾ ਵਰਤਮਾਨ ਕਸਮੈਲਾ ਤੇ ਭਵਿੱਖ ਧੁੰਦਲਾ ਸੀ, ਫਿਰ ਵੀ ਉਸ ਨੂੰ ਨੀਂਦਰ ਮਿੱਠੀ ਤੇ ਸੁਆਦਲੀ ਆਇਆ ਕਰਦੀ ਸੀ। ਸਾਰੇ ਦਿਨ ਦੀ ਥਕਾਵਟ ਤੋਂ ਬਾਅਦ ਜਦੋਂ ਰੁੱਖੀ ਮਿੱਸੀ ਖਾ ਕੇ ਤੰਬੂ ਦੇ ਦੋਵੇਂ ਪੱਲੇ ਚੁੱਕ ਕੇ ਫਰਸ਼ੀ ਵਿਛਾਉਣੇ ਤੇ ਸੌਂਦਾ ਤਾਂ ਉਸ ਨੂੰ ਦੁਨੀਆ ਦੀ ਹੋਸ਼ ਨਹੀਂ ਸੀ ਰਹਿੰਦੀ। ਇੱਧਰ ਲੰਬਾ ਪਿਆ, ਉਧਰ ਦਿਨ ਚੜ੍ਹ ਆਇਆ। ਰਾਤ ਕਿਹੜੇ ਵੇਲੇ ਬੀਤ ਗਈ ਉਸ ਨੂੰ ਪਤਾ ਤੱਕ ਨਹੀਂ ਸੀ ਲੱਗਦਾ। ਪਰ ਇਹ ਅੱਜ ਦੀ ਰਾਤ, ਇਹ ਰਾਤ ਨਵਲ ਕਿਸ਼ੋਰ ਨੇ ਔਖ ਵਿੱਚ ਗੁਜ਼ਾਰੀ ਜਾਂ ਸੌਖ ਵਿੱਚ, ਇਸ ਦਾ ਜਵਾਬ ਜੇ ਕੋਈ ਉਸ ਤੋਂ ਪੁੱਛੇ ਤਾਂ ਸ਼ਾਇਦ ਉਹ ਦੋ ਦਲੀਲੀਆਂ ਵਿੱਚ ਪੈ ਜਾਵੇ। ਕਿਉਂਕਿ ਸੌਖ ਤਾਂ ਉਹ ਇਸ ਲਈ ਨਹੀਂ ਸੀ ਕਹਿ ਸਕਦਾ ਕਿ ਰਾਤ ਦੇ 2-2.5 ਪਹਿਰ ਉਸ ਨੂੰ ਨੀਂਦਰ ਹੀ ਨਹੀਂ ਸੀ ਆਈ, ਤੇ ਔਖ ਇਸ ਕਰਕੇ ਨਹੀਂ ਕਿ ਇਸ ਇੱਕੋ ਰਾਤ ਵਿੱਚ ਕਲਪਨਾ ਹੀ ਕਲਪਨਾ ਰਾਹੀਂ ਉਹ ਪ੍ਰੈਸ ਦੇ ਸਧਾਰਨ ਕੰਪੋਜ਼ਿਟਰ ਤੋਂ ਸ਼ਾਹੂਕਾਰ ਬਣ ਗਿਆ ਸੀ। ਉਸ ਦਾ ਨਿਵਾਸ ਪਾਟੇ ਹੋਏ ਤੰਬੂ ਦੇ ਥਾਂ ਸ਼ਾਨਦਾਰ ਮਕਾਨ ਵਿੱਚ ਸੀ, ਜਿੱਥੇ ਉਸ ਦੀਆਂ ਮਾਂ ਰਾਣੀਆਂ ਵਾਂਗ ਨੌਕਰਾਂ ਉੱਤੇ ਹੁਕਮ ਚਲਾ ਰਹੀ ਸੀ, ਤੇ ਉਸ ਦਾ ਪਿਓ ਰਬੜ ਦੀ ਨੜੀ ਵਾਲਾ ਚਾਂਦੀ ਦਾ ਹੁੱਕਾ ਪੀਂਦਾ ਹੋਇਆ ਬੜੀ ਸ਼ਾਨ ਨਾਲ ਖੰਘ ਰਿਹਾ ਸੀ। ਜਦੋਂ ਹੀ ਬਲਗਮ ਉਗਲਣ ਲੱਗਦਾ ਕਿ ਰੇਸ਼ਮੀ ਰੁਮਾਲ ਹੱਥ ਵਿੱਚ ਲਈ ਨੌਕਰ ਆ ਹਾਜ਼ਰ ਹੁੰਦਾ। ਉਹ ਵੇਖ ਰਿਹਾ ਸੀ ਮੱਗਰਮੱਲ ਆਪਣੇ ਸਿਰਹਾਣੇ ਹੇਠੋਂ ਅਫੀਮ ਵਾਲੀ ਚਾਂਦੀ ਦੀ ਡੱਬੀ ਕੱਢਦਾ। ਬਟਨ ਦਬਾਉਣ ਨਾਲ ਕੜਿਚ ਕਰਕੇ ਡੱਬੀ ਖੁੱਲ ਜਾਂਦੀ ਤੇ ਉਸ ਵਿੱਚੋਂ ਲਾਚੀਆਂ, ਤਵਾ ਸੇਰ, ਸੋਨੇ ਦੇ ਵਰਕ ਤੇ ਕਸਤੂਰੀ ਦੀਆਂ ਪੁੱਠਾਂ ਦੇ ਕੇ ਤਿਆਰ ਕੀਤੀ ਹੋਈ ਅਫੀਮ ਦਾ ਗੋਲਾ ਕੱਢਦਾ ਤੇ ਮਲਕੜੇ ਹੀ ਸੰਗ ਵਿੱਚ ਸੁੱਟ ਦੁੱਧ ਦਾ ਗਲਾਸ ਚੜਾ ਕੇ ਆਪਣੀ ਮੁਲਾਇਮ ਵਿਛਾਈ ਉੱਤੇ ਲੇਟ ਜਾਂਦਾ। ਰਾਤ ਬਹੁਤ ਸਾਰੀ ਉਸਨੇ ਇਸੇ ਹਾਲਤ ਵਿੱਚ ਗੁਜ਼ਾਰੀ। ਬੜੀ ਬੇਸਬਰੀ ਨਾਲ ਉਹ ਦਿਨ ਚੜ੍ਹਨ ਦੀ ਉਡੀਕ ਕਰਦਾ ਰਿਹਾ, ਜਦ ਉਹ ਬੜੀ ਸ਼ਾਨ ਨਾਲ ਆਪਣੇ ਮਾਲਕ ਪਾਸ ਜਾ ਕੇ ਖਰੀਆਂ ਉਸਦੇ ਮੂੰਹ ਤੇ ਸੁਣਾਏਗਾ, ਪੰਡਤ ਜੀ, ਤੁਸਾਂ ਮੈਨੂੰ ਉੱਲੂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਤੁਹਾਡੀ ਦਿੱਤੀ ਹੋਈ ਤਰੱਕੀ ਤੇ ਇਨਾਮ ਨਹੀਂ ਮਨਜ਼ੂਰ। ਮੈਂ ਜੇਕਰ ਲੱਖ ਰੁਪਏ ਦੀ ਚੀਜ਼ ਤੁਹਾਨੂੰ ਦਿਵਾ ਰਿਹਾ ਹਾਂ ਤਾਂ ਕਿ ਚੌਥੇ ਜਾਂ 8ਵੇਂ ਹਿੱਸੇ ਦਾ ਵੀ ਮੈਂ ਹੱਕਦਾਰ ਨਹੀਂ। ਪਰ ਇੱਕ ਗੱਲ ਜਿਹੜੀ ਸਭ ਤੋਂ ਜ਼ਿਆਦਾ ਉਸਦਾ ਸਿਰ ਚਕਰਾ ਰਹੀ ਸੀ, ਇਹ ਸੀ ਪਾਪ ਪੁੰਨ ਦਾ ਝਗੜਾ। ਇੱਕ ਪਾਸੇ ਤਾਂ ਉਸਦਾ ਮਨ ਅਮੀਰੀ ਦੀਆਂ ਖੁਆਬਾਂ ਵਿੱਚ ਮਸਤ ਸੀ, ਪਰ ਦੂਜੇ ਪਾਸੇ ਜਿਵੇਂ ਕਿਸੇ ਦੇ ਪਿੰਡੇ ਨਾਲ ਕੰਡਿਆਲਾ ਛਾਪਾ ਘਸਰਦਾ ਰਿਹਾ ਹੋਵੇ, ਬਰਾਬਰ ਇਹ ਖਿਆਲ ਉਸਦੀ ਆਤਮਾ ਨੂੰ ਪੁੱਛਦਾ ਰਿਹਾ, ਕਿਸ਼ੋਰ, ਤੂੰ ਪਾਪੀ ਹੈ, ਤੂੰ ਚੋਰ ਹੈ, ਤੂੰ ਨਰਕ ਵਿੱਚ ਸੜੇਗਾ, ਕੁੰਭੀ ਨਰਕ ਵਿੱਚ। ਦਿਨ ਚੜਿਆ। ਨਿਯਤ ਸਮੇਂ ਨਵਲ ਕਿਸ਼ੋਰ ਸ਼ੁਕਲ ਜੀ ਦੇ ਘਰ ਵੱਲ ਉੱਠ ਨੱਠਿਆ, ਜਿੱਥੋਂ ਉਹ ਬਹੁਤੀ ਦੇਰ ਨਾ ਲਾ ਕੇ ਘੰਟੇ ਬਾਅਦ ਹੀ ਮੁੜ ਆਇਆ। ਇਸ ਵੇਲੇ ਉਸਦੇ ਕਦਮ ਸਿੱਧੇ ਨਹੀਂ ਸਨ ਪੈ ਰਹੇ, ਜਿਵੇਂ ਕੋਈ ਸ਼ਰਾਬੀ ਤੁਰਿਆ ਆ ਰਿਹਾ ਹੋਵੇ, ਕਿਉਂਕਿ ਕੱਲ ਪ੍ਰੈਸ ਵਿੱਚੋਂ ਆਉਣ ਲੱਗਿਆ ਜਿਹੋ ਜਿਹਾ ਇੱਕ ਨੋਟ ਉਸਦੀ ਜੇਬ ਵਿੱਚ ਸੀ, ਇਸ ਵੇਲੇ ਉਸੇ ਤਰ੍ਹਾਂ ਦਾ ਇੱਕ ਨਹੀਂ, ਦੋ ਨਹੀਂ, ਪੂਰੇ 5 ਨੋਟ ਉਸਦੀ ਮੁੱਠ ਵਿੱਚ ਸਨ। ਉਸਦੀਆਂ ਲੱਤਾਂ ਕੰਬ ਰਹੀਆਂ ਸਨ, ਸਿਰ ਨੂੰ ਪੀੜ ਹੋ ਰਹੀ ਸੀ ਤੇ ਅੱਖਾਂ ਵਿੱਚ ਕੋਈ ਤਲਖ ਜਿਹੀ ਖੁਮਾਰੀ ਚੜ੍ਹਦੀ ਜਾਂਦੀ ਸੀ। ਤੇ ਜਦ ਉਹ ਘਰ ਅੱਪੜਿਆ ਤਾਂ ਨਿਹਾਲੋ ਨੂੰ ਉਸਦੀ ਹਾਲਤ ਵੇਖ ਕੇ ਡਰ ਜਿਹਾ ਆਉਣ ਲੱਗਾ। ਜਦ ਨਵਲ ਕਿਸ਼ੋਰ ਨੇ ਨੋਟ ਉਸਨੂੰ ਫੜਾ ਦਿੱਤੇ ਤਾਂ ਖੁਸ਼ ਹੋਣ ਦੇ ਥਾਂ ਨਿਹਾਲੋ ਡਰ ਨਾਲ ਕੰਬਣ ਲੱਗੀ। ਨਵਲ ਕਿਸ਼ੋਰ ਨੇ ਹਫਦਿਆਂ ਉਸਦੇ ਕੰਨ ਕੋਲ ਮੂੰਹ ਲਿਜਾ ਕੇ ਕਿਹਾ, ਮਾਂ, ਦੱਸੀ ਨਾ ਕਿਸੇ ਨੂੰ, ਪੰਡਤ ਨੇ ਮੈਨੂੰ ਹੋਰ ਦਿੱਤੇ ਨੇ। ਖੁਸ਼ੀ ਦਾ ਇੱਕ ਝਿਲਕਾਰਾ ਜਿਹਾ ਆ ਕੇ ਨਿਹਾਲੋ ਦੇ ਅੰਦਰੋਂ ਝੱਟ ਹੀ ਉੱਡ ਪੁੱਡ ਗਿਆ ਤੇ ਪਿੱਛੇ ਛੱਡ ਗਿਆ ਡਰ ਤੇ ਸਹਿਮ ਦੀ ਇੱਕ ਬਹੁਤ ਲੰਮੀ ਸੋਚ। ਉਸਨੇ ਡਰਦਿਆਂ ਜਿਵੇਂ ਉਸਦਾ ਪੁੱਤਰ ਮਾਲਕ ਦਾ ਗਲਾ ਘੁੱਟ ਕੇ ਇਹ ਰਕਮ ਉਸਦੀ ਜੇਬ ਵਿੱਚੋਂ ਕੱਢ ਲਿਆਇਆ ਹੋਵੇ ਪੁੱਛਿਆ, ਚੇਤੂ, ਸੱਚ ਕਿਉਂ ਨਹੀਂ ਦੱਸਦਾ? ਮੇਰੀ ਅੱਗੇ ਚਲਾਕੀਆਂ ਨਾ ਸਾੜ ਬਹੁਤੀਆਂ। ਦੱਸ ਕਿੱਥੋਂ ਲਿਆਂਦੀ ਏ? ਹੋਰ ਕਿਤੇ ਬਨਾਨਾ ਹੀ ਸਾਰੇ ਟੱਬਰ ਨੂੰ ਰੁੜ ਪੁੜ ਜਾਣਿਆ। ਤੇਰੀਆਂ ਅੱਖਾਂ ਹੀ ਪਈਆਂ ਦੱਸਦੀਆਂ ਨੇ ਕਿ ਤੂੰ ਚੁਰਾ ਕੇ ਲਿਆਇਆ ਵੇ। ਤੈਨੂੰ ਵੇ ਭਾਵੇਂ ਪਿਓ ਵਾਲੀ ਵਾਦੀ ਆ ਚੰਬੜੀ ਏ। ਹੌਲੀ ਬੋਲ, ਭਾਈਆ ਸੁਣ ਲਵੇਗਾ। ਨਹੀਂ ਸੁਣਦਾ, ਉਹ ਹਜੇ ਹੁਣੇ ਸੁੱਤਾ ਏ ਗੋਲਾ ਚੜਾ ਕੇ। ਮਾਂ ਸਦਕੇ ਇਹ ਕੰਮ ਚੰਗਾ ਨਹੀਂ, ਜਾ ਕੇ ਮੋੜਾ ਜਿੱਥੋਂ ਲਿਆਂਦੇ। ਮਾਂ, ਧਰਮ ਨਾਲ ਮੈਂ ਚੋਰੀ ਨਹੀਂ ਕੀਤੀ, ਤੂੰ ਮੈਨੂੰ ਚੋਰ ਸਮਝਣੀ ਏ ਮਾਂ? ਮੈਨੂੰ ਤੇਰੀ ਸਹੁੰ ਜੇ ਚੋਰੀ ਕੀਤੀ ਹੋਵੇ ਤੇ ਫਿਰ ਕਿੱਥੋਂ ਲਿਆਂਦੀ ਏ? ਪੰਡਤ ਨੇ ਆਪ ਦਿੱਤੇ ਨੇ ਮਾਂ, ਮੈਂ ਤੇਰੇ ਅੱਗੇ ਕਦੀ ਝੂਠ ਬੋਲਿਆ ਏ? ਪੰਡਤ ਨੇ ਨਾ, ਪੰਡਤ ਦੇ ਪਿਓ ਨੇ। ਨਿਹਾਲੋ ਨੂੰ ਰੋਹ ਚੜ ਗਿਆ। ਐਡਾ ਸਖੀ ਸੀ ਪੰਡਤ, ਜਿਹੜਾ ਤੈਨੂੰ ਰੋਜ਼ ਥੱਬਿਆਂ ਦੇ ਥੱਬੇ ਕੱਢ ਕੇ ਫੜਾ ਦਿੰਦਾ ਏ। ਬੀਬਾ, ਅਸੀਂ ਤਾਂ ਅੱਗੇ ਹੀ ਖਬਰੇ ਕਿਹੜੇ ਪਾਪਾਂ ਨੂੰ ਫੜੇ ਹੋਏ ਆ। ਜਾ ਕੇ ਮੋੜਾ ਮਾਂ ਸਦਕੇ। ਪਾਪ ਦੀ ਕੌੜੀ
ਪਾਰਾ ਹੋ ਕੇ ਸਰੀਰ ਵਿੱਚੋਂ ਨਿਕਲਦੀ ਹੈ ਪਤਾ ਹੀ। ਜਿਸ ਘਰ ਵਿੱਚ ਪਾਪ ਦਾ ਪੈਸਾ ਵੜ ਜਾਵੇ ਅਗਲਾ ਪਿਛਲਾ ਹੂੰਝ ਖੜਦਾ ਏ। ਇਹ ਕਿਸੇ ਨੂੰ ਨਹੀਂ ਪਚ ਸਕਦਾ ਲਾਲ। ਜਾਂ ਘਰ ਉੱਤੇ ਪੈ ਜਾਂਦਾ ਜਾਂ ਘਰ ਦੇ ਜੀਆਂ ਉੱਤੇ। ਰੱਬ ਦਾ ਵਾਸਤਾ ਹੀ ਚੰਨਾ, ਇਹ ਲੈ ਜਾ ਜਿੱਥੋਂ ਲਿਆਂਦੇ ਹੀ ਮੈਂ ਤੇਰੇ ਅੱਗੇ ਹੱਥ ਜੋੜਨੀ ਆ। ਨਵਲ ਕਿਸ਼ੋਰ ਫਿਰ ਆਪਣੀ ਨਿਰਦੋਸ਼ਤਾ ਜਤਲਾਉਂਦਾ ਹੋਇਆ ਬੋਲਿਆ, ਮਾਂ ਤੂੰ ਯਕੀਨ ਕਰ ਮੇਰੀ ਗੱਲ ਦਾ। ਦੇਵੀ ਮਾਤਾ ਦੀ ਸਹੁੰ ਖਾ ਕੇ ਕਹਿਣਾ ਚੋਰੀ ਨਹੀਂ ਕੀਤੀ ਮੈਂ। ਨਵਲ ਕਿਸ਼ੋਰ ਨੇ ਕੁਝ ਅਸਲੀ ਕੁਝ ਬਨਾਵਟ ਰਲਾ ਕੇ ਮਾਂ ਨੂੰ ਇਸ ਰਕਮ ਦੀ ਪ੍ਰਾਪਤੀ ਦਾ ਇਤਿਹਾਸ ਸੁਣਾਇਆ। ਨਿਹਾਲੋ ਨੇ ਕੁਝ ਵਿਸ਼ਵਾਸ ਤੇ ਕੁਝ ਅਵਿਸ਼ਵਾਸ ਰਲਵੇਂ ਭਾਵਾਂ ਵਿੱਚ ਉਸ ਦੀਆਂ ਗੱਲਾਂ ਸੁਣੀਆਂ, ਪਰ ਇਸ ਵਿੱਚ ਸ਼ੱਕ ਨਹੀਂ ਕਿ ਜਿੰਨੀ ਖੁਸ਼ੀ ਉਸ ਨੂੰ ਕੱਲ ਵਾਲੇ ਉਸ ਇੱਕ ਨੋਟ ਨੂੰ ਲੈ ਕੇ ਹੋਈ ਸੀ, ਉਸ ਦਾ 5ਵਾਂ ਹਿੱਸਾ ਵੀ ਇਹਨਾਂ 5 ਨੂੰ ਲੈ ਕੇ ਉਸ ਨੂੰ ਨਹੀਂ ਹੋਈ। ਪ੍ਰੈਸ ਨੂੰ ਦੇਰ ਹੋ ਰਹੀ ਸੀ। ਛੇਤੀ ਛੇਤੀ ਰੋਟੀ ਖਾ ਕੇ ਨਵਲ ਕਿਸ਼ੋਰ ਕੰਮ ਤੇ ਚਲਾ ਗਿਆ। ਰਾਤ ਦੀਆਂ ਨੀਂਦੇ ਕਰਕੇ ਅੱਜ ਨਵਲ ਕਿਸ਼ੋਰ ਕੰਮ ਕਰਦਾ ਹੋਇਆ ਵਿੱਚ ਊਂਘਦਾ ਰਿਹਾ। ਰੋਜ਼ ਵਾਂਗ ਅੱਜ ਵੀ ਦੁਪਹਿਰਾਂ ਵੇਲੇ ਸ਼ੁਕਲ ਸਾਹਿਬ ਕਾਫੀ ਚਿਰ ਪ੍ਰੈਸ ਵਿੱਚੋਂ ਗੈਰ ਹਾਜ਼ਰ ਰਹੇ ਸਨ ਤੇ ਇਹੋ ਵਕਤ ਸੀ ਜਦ ਸਟਾਫ ਲਈ ਖਰਮਸਤੀਆਂ ਕਰਨ ਦੀ ਪੂਰੀ ਖੁੱਲ੍ਹ ਹੁੰਦੀ। ਖਾਸ ਕਰਕੇ ਅੱਜ ਜਿਹੜਾ ਇੱਕ ਨਵਾਂ ਸ਼ਾਗਿਰਦ ਭਰਤੀ ਹੋਇਆ, ਬਹੁਤਾ ਉਸੇ ਦੀ ਛੇੜਛਾੜ ਵਿੱਚੋਂ ਸਵਾਦ ਲਿਆ ਜਾ ਰਿਹਾ ਸੀ। ਮੁੰਡਾ 12-13 ਵਰ੍ਹਿਆਂ ਦਾ ਸੀ, ਜਿਸਨੇ ਲੱਡੂਆਂ ਦੀ ਛਿੱਕੜੀ, ਖੱਦਰ ਦੀ ਪੱਗ ਤੇ ₹1.25 ਰੁਪਈਆ ਨਕਦ ਭੰਡਾਰੀ ਮਸ਼ੀਨਮੈਨ ਅੱਗੇ ਰੱਖ ਕੇ ਸ਼ਾਗਿਰਦੀ ਦੀ ਰਸਮ ਅਦਾ ਕੀਤੀ ਸੀ। ਵਾਹਵਾ ਮੂੰਹ ਹੱਥ ਲੱਗਦਾ ਤੇ ਕੱਪੜੇ ਲੱਤੇ ਵੱਲੋਂ ਵੀ ਜ਼ਰਾ ਬਣ ਠਣ ਕੇ ਆਇਆ ਸੀ। ਸੰਭਵ ਹੈ ਆਪਣੇ ਵੱਲੋਂ ਉਹ ਇਸ ਖਿਆਲ ਨਾਲ ਅੱਧੋ ਰਾਣੀ ਜੀ ਪੈਂਟ ਜਿਹੜੀ ਉਸਦੇ ਮੇਚੇ ਦੀ ਨਹੀਂ ਸੀ ਜਾਪਦੀ, ਕਿਸੇ ਦੀ ਮੰਗ ਕੇ ਪਾ ਕੇ ਆਇਆ ਹੋਵੇ, ਜੋ ਉਸਦੇ ਬਾਬੂ ਪੁਣੇ ਦਾ ਅਸਰ ਦੂਜੇ ਮੁਲਾਜ਼ਮਾਂ ਉੱਤੇ ਪਵੇਗਾ। ਪਰ ਉਸਨੂੰ ਕੀ ਪਤਾ ਸੀ ਇਹੋ ਨਾਮੁਰਾਦ ਪੈਂਟ ਉਸਦੇ ਗਲੇ ਦਾ ਹਾਰ ਬਣ ਜਾਏਗੀ। ਇਸੇ ਪੈਂਟ ਦੇ ਸਿਰਲੇਖ ਥੱਲੇ ਜਿਉਂ ਇੱਕ ਲੰਮੀ ਪੜਚੋਲ ਸ਼ੁਰੂ ਹੋਈ ਕਿ ਤਦ ਤੱਕ ਵੱਧਦੀ ਹੀ ਚਲੀ ਗਈ ਜਦ ਤੱਕ ਸ਼ੁਕਲ ਹੋਰਾਂ ਦੀ ਆਮਦ ਨਾ ਹੋਈ। ਮੁੰਡਾ, ਜਿਸ ਦਾ ਨਾਂ ਕਾਲੂ ਰਾਮ ਸੀ, ਸਟਾਫ ਨੂੰ ਮਿੱਠੇ ਲੱਡੂ ਖਵਾ ਕੇ ਉਸਨੂੰ ਕੌੜੀਆਂ ਕਸੈਲੀਆਂ ਟਿਚਕਰਾਂ ਸੁਣਨੀਆਂ ਪੈ ਰਹੀਆਂ ਸਨ। ਸਭ ਤੋਂ ਪਹਿਲਾਂ ਇਸ ਕਥਾ ਦਾ ਆਰੰਭ ਹੋਇਆ ਭਗਵਤੀ ਚਰਨ ਕੰਪਾਜ਼ੀਟਰ ਤੋਂ, ਜਿਸ ਨੇ ਆਪਣੀ ਯੂਪੀ ਦੀ ਬੋਲੀ ਵਿੱਚ ਪੰਜਾਬੀ ਦਾ ਖਮੀਰ ਲਾ ਕੇ ਇਸ ਮਹਿਫਲ ਵਿੱਚ ਕੁਲਚੇ ਵਰਗਾ ਸਵਾਦ ਪੈਦਾ ਕਰ ਦਿੱਤਾ। ਲੱਡੂ ਖਾਣ ਤੋਂ ਬਾਅਦ ਮਿੱਠੇ ਵਾਲੀਆਂ ਉਂਗਲਾਂ ਨੂੰ ਧੋਤੀ ਦੇ ਲੜ ਨਾਲ ਪੂੰਝਦਾ ਹੋਇਆ ਉਹ ਬੋਲਿਆ, ਬਈ ਕਾਲੂ ਰਾਮ ਦਾ ਲੱਡੂ ਤੇ ਰੱਬ ਦੀ ਕਸਮ ਖੂਬ ਮੀਠਾ ਰਹਾ। ਸਾਡੀ ਭਗਵਾਨ ਸੇ ਯਹੀ ਪ੍ਰਾਰਥਨਾ ਹੈ ਕਿ ਕਾਲੂ ਰਾਮ ਛੇਤੀ ਛੇਤੀ ਮਸ਼ੀਨ ਚਲਾਣੀ ਸੀਖ ਜਾਵੇ। ਪੰਜਾਬੀ ਰੁਲੀਆ ਰਾਮ ਬੋਲਿਆ, ਮਸ਼ੀਨ ਜੇ ਚਲਾਣੀ ਨਹੀਂ ਸਿੱਖੇਗਾ ਤਾਂ ਇਨਸ਼ਾਅੱਲਾ ਤੋੜਨੀ ਤਾਂ ਜ਼ਰੂਰ ਹੀ ਸਿੱਖ ਜਾਏਗਾ। ਪਤਾ ਹੀ ਨਾ ਭਗਵਤੀ, ਉਹ ਜਿਹੜਾ ਸ਼ੰਭੂ ਪ੍ਰਿੰਟਿੰਗ ਪ੍ਰੈਸ ਵਿੱਚ ਦੀਨੇ ਮਸ਼ੀਨਮੈਨ ਦਾ ਸ਼ਾਗਿਰਦ ਬਣਿਆ ਸੀ, ਪਰੂ ਕਿ ਖਬਰੇ ਪਰਾਰ ਦੀ ਗੱਲ ਹੈ। ਤੂੰ ਵੀ ਉੱਥੇ ਹੀ ਮੇਰੇ ਨਾਲ ਕੰਮ ਕਰਦਾ ਸੈਂ। ਕੀ ਨਾਂ ਸੀ ਯਾਰ ਉਸ ਸ਼ਾਗਿਰਦ ਦਾ? ਹਾਂ ਭਗਵਤੀ ਇਸ ਨਵੇਂ ਪ੍ਰਸੰਗ ਤੋਂ ਉਤਸ਼ਾਹਿਤ ਹੋ ਕੇ ਬੋਲਿਆ, ਉਹੀ ਤੋਂ ਸੀ ਖੇਮਾ। ਆਹੋ ਖੇਮਾ, ਰੁਲੀਆ ਰਾਮ ਦੱਸਣ ਲੱਗਾ। ਪਹਿਲੇ ਦਿਨ ਹੀ ਉਸਤਾਦ ਨੇ ਹੱਥੀ ਚੁੱਕ ਫੜਾਈ ਤੇ ਪਿਓ ਦੇ ਪੁੱਤਰ ਨੇ 2,500 ਦੀ ਮਸ਼ੀਨ ਚੌੜ ਕਰਕੇ ਰੱਖ ਦਿੱਤੀ। ਮਾਲਕ ਵਿਚਾਰ ਅੱਗੇ ਹੀ ਕਰਜ਼ੇ ਨਾਲ ਨਪੀੜਿਆ ਪਿਆ ਸੀ, ਉੱਤੋਂ ਹੋਰ ਰੱਬ ਦੀ ਮਾਰ ਪੈ ਗਈ। ਗੰਡਾ ਮਲ ਦਫ਼ਤਰੀ ਹੁਣ ਤੀਕ ਕਟਿੰਗ ਮਸ਼ੀਨ ਦੀ ਛੁਰੀ ਦਾ ਕਾਬਲਾ ਕੱਸਣ ਵਿੱਚ ਲੱਗਾ ਰਿਹਾ ਸੀ। ਵੇਲਾ ਹੁੰਦਿਆਂ ਹੀ ਹੱਥ ਪੂੰਝਦਾ ਹੋਇਆ ਬੋਲ ਉੱਠਿਆ, ਉਹ ਬਈ ਸ਼ੰਭੂਨਾਥ ਵਿਚਾਰੇ ਦੀ ਹੋਰ ਗੱਲ ਸੀ। ਨਾਲੇ ਉਹਨਾਂ ਦਿਨਾਂ ਵਿੱਚ ਪ੍ਰੈਸਾਂ ਦੇ ਮਾਲਕਾਂ ਸਾਰਿਆਂ ਦਾ ਇਹੋ ਹਾਲ ਸੀ, ਪਰ ਸਾਡੇ ਮਾਲਕ ਨੂੰ ਕੀ ਪਰਵਾਹ ਏ, ਇੱਕ ਛੱਡ ਕੇ ਭਾਵੇਂ 4 ਮਸ਼ੀਨਾਂ ਟੁੱਟ ਜਾਣ, ਮਹੀਨੇ ਦੀ ਖੱਟੀ ਨਾਲ ਮਸ਼ੀਨ ਨਵੀਂ ਬਣ ਜਾਂਦੀ ਏ। ਕਸੀਟਾ ਪਹਾੜੀ ਆਪਣੇ ਥੱਕੇ ਹੋਏ ਡੋਲਿਆਂ ਨੂੰ ਘੁੱਟਦਾ ਹੋਇਆ ਬੋਲਿਆ, ਪਰਵਾਹ ਤੇ ਲਾਲਾ ਉਸੇ ਕੀ ਹੋਈਏ ਕਰਦੀ ਜਿਹਨੇ ਕੰਨੀਓ ਕਿਸ਼ ਲਾਇਆ ਦਾ ਹੋਵੇ। ਸਾਡੇ ਪੰਡਤੇ ਕੀ ਮੁਖਤੋਂ ਮੁਕਤੀ ਲੱਭੀ ਗਿਆ ਕਸੇ ਮਲੇਸ਼ੇ ਦਾ ਪ੍ਰੇਸ। ਮਸ਼ੀਨ ਜੇ ਟੁੱਟ ਗਈ ਤਾਂ ਇਸ ਦੀ ਜੁੱਤੀਆਂ ਤੋਂ। ਬਿੰਦੋ ਪ੍ਰੂਫ ਮੈਨ ਲੰਮੇ ਕਾਗਜ਼ਾਂ ਨੂੰ ਗਿੱਲੇ ਕਰਦਾ ਹੋਇਆ ਬੋਲਿਆ, ਉਹ ਚੁੱਪ ਕਰ ਓਏ ਕਸੀਟੇ ਦਿਆ ਪੁੱਤਰਾ, ਪੰਡਤ ਨੂੰ ਜੇ ਪਤਾ ਲੱਗ ਗਿਆ ਤਾਂ ਪਹਾੜ ਤੋਂ ਉਰੇ ਥਾਂ ਨਹੀਂ ਲੱਭਣੀ ਲੁਕਣ ਨੂੰ। ਇਹੋ ਜਿਹੀਆਂ ਗੱਲਾਂ ਸ਼ਰੇਆਮ ਨਹੀਂ ਕਰੀਦੀਆਂ ਬੱਚੂ। ਸੱਤੂ, ਜਿਸ ਦਾ ਪੂਰਾ ਨਾਂ ਸਤਪਾਲ ਸੀ ਤੇ ਉਮਰ ਵਿੱਚ ਸਾਰਿਆਂ ਨਾਲੋਂ ਵੱਡਾ ਸੀ, ਕੇਸ ਦੇ ਖਾਨਿਆਂ ਉੱਤੇ ਆਪਣੀ ਐਨਕ ਦੀ ਮਦਦ ਨਾਲ ਚੁੱਕ ਕੇ ਤੱਕਦਾ ਹੋਇਆ ਉਪਦੇਸ਼ਕਾਂ ਵਰਗੇ ਲਹਿਜੇ ਵਿੱਚ ਕਹਿਣ ਲੱਗਾ, ਯਾਰ ਛੱਡੋ ਵੀ ਨਿਕੰਮਾ ਕਿੱਸਾ, ਕੋਈ ਨਹੀਂ ਟੁੱਟ ਚੱਲੀਆਂ ਮਸ਼ੀਨਾਂ, ਐਵੇਂ ਮੁੰਡੇ ਵਿਚਾਰੇ ਨੂੰ ਠਿੱਠ ਕਰਨ ਡਏ ਹੋਏ ਜੇ। ਆਪਣੇ ਕੰਮ ਨਾਲ ਮਤਲਬ ਰੱਖੀਦਾ ਏ। ਇਸ ਦੇ ਉਪਦੇਸ਼ ਵੱਲ ਸ਼ਾਇਦ ਕਿਸੇ ਵੀ ਧਿਆਨ ਨਹੀਂ ਕੀਤਾ, ਪਰ ਘੜੀ ਦੀ ਘੜੀਏ ਵਾਰਤਾ ਦੀ ਲੜੀ ਰੁਕ ਜ਼ਰੂਰ ਗਈ। ਛੋਟਾ ਮਸ਼ੀਨਮੈਨ ਦਲੀਪਾ, ਜਿਹੜਾ ਪ੍ਰਿੰਟਿੰਗ ਸਟਾਫ ਵਿੱਚ ਕਿਸੇ ਵੀ ਨਵੇਂ ਆਉਣ ਵਾਲੇ ਉੱਤੇ ਅਕਾਰਨ ਹੀ ਈਰਖਾ ਨਾਲ ਤਪਣ ਲੱਗ ਪੈਂਦਾ ਹੁੰਦਾ ਸੀ, ਹੁਣ ਤੀਕ ਉਸਨੂੰ ਬੋਲਣ ਦਾ ਮੌਕਾ ਹੀ ਨਹੀਂ ਸੀ ਮਿਲਿਆ। ਜਿਉਂ ਹੀ ਉਸਦਾ ਦਾਉ ਲੱਗਾ ਝੱਟ ਬੋਲ ਪਿਆ, ਪਰ ਮੈਂ ਤੇ ਇਹ ਪਿਆ ਸੋਚਣਾ ਪਈ ਪਤਲੂਨ ਨਾਲ ਇਹ ਬਾਬੂ ਸਾਹਿਬ ਮਸ਼ੀਨ ਕਿੱਕਣ ਚਲਾਉਣਗੇ। ਇੱਥੇ ਤੇ ਹਰ ਵੇਲੇ ਕਾਲਾ ਮੂੰਹ ਤੇ ਨੀਲੇ ਪੈਰ ਵਾਲਾ ਹਾਲ ਰਹਿਣਾ ਹੋਇਆ। ਦਫ਼ਤਰੀ ਗੰਡਾ ਮਲ, ਜਿਹੜਾ ਕਟਾਈ ਦੇ ਕੰਮ ਤੋਂ ਵਿਹਲਾ ਹੋ ਕੇ ਰਿੰਮਾਂ ਦੇ
ਬਟਨ ਇਕੱਠੇ ਕਰ ਰਿਹਾ ਸੀ। ਨਵੇਂ ਸ਼ਾਗਿਰਦ ਦੇ ਕੋਲ ਆ ਕੇ ਉਸਨੂੰ ਕਹਿਣ ਲੱਗਾ, ਅੱਛਾ ਕੀ ਨਾਮ ਹੈ ਤੁਹਾਡਾ? ਕਾਲੂ ਰਾਮ। ਬਾਬੂ ਕਾਲੂ ਰਾਮ ਜੀ। ਤੁਸੀਂ ਇਉਂ ਕਰਨਾ, ਕੱਲ ਬਾਜ਼ਾਰੋਂ 6-7 ਗਜ ਵਧੀਆ ਟਿਵਲ ਜਾਂ ਬੋਸਕੀ ਲੈ ਕੇ ਨਾ ਇੱਕ ਫਸਟ ਗਲਾਸ ਕਮੀਜ਼ ਤੇ ਪਜਾਮਾ ਸਵਾ ਲੈਣਾ ਤੇ ਉਹਨਾਂ ਨੂੰ ਲਿਆ ਕੇ ਇੱਥੇ ਕਿੱਲੀ ਨਾਲ ਟੰਗ ਛੱਡਣਾ। ਜਦੋਂ ਪ੍ਰੈਸ ਵਿੱਚ ਆਏ ਇਹ ਪੈਂਟ ਕੋਟ ਲਾ ਕੇ ਟੰਗ ਦਿੱਤੇ। ਉਹ ਕੱਪੜੇ ਪਾ ਲਏ ਤੇ ਕੰਮ ਕਰੀ ਗਏ। ਜਦੋਂ ਹੋਇਆ ਛੁੱਟੀ ਦਾ ਵੇਲਾ, ਮਲਕੜੇ ਹੀ ਮੁੜ ਕੱਪੜੇ ਬੋਸਕੀ ਦੇ ਲਾ ਕੇ ਕਿੱਲੀ ਤੇ ਟੰਗੇ ਤੇ ਸੂਟ ਪਾ ਕੇ ਘਰ ਦਾ ਰਾਹ ਲਿਆ। ਭਲਾ ਇਸ ਵਿੱਚ ਔਖਿਆਈ ਕਿਹੜੀ ਗੱਲ ਦੀ ਏ? ਭੰਡਾਰੀ ਮਸ਼ੀਨਮੈਨ ਨੇ ਜਦ ਵੇਖਿਆ ਕਿ ਉਸਦੇ ਨਵੇਂ ਨਵੇਲੇ ਸ਼ਾਗਿਰਦ ਉੱਤੇ ਟੀਕਾ ਟਿੱਪਣੀ ਦੀ ਭਰਮਾਰ ਵੱਧਦੀ ਜਾਂਦੀ ਹੈ ਤਾਂ ਗੁੱਸੇ ਨੂੰ ਦਬਾਉਂਦਾ ਹੋਇਆ ਸਾਰਿਆਂ ਵੱਲ ਕੜਕਿਆ, ਯਾਰ ਬਸ ਵੀ ਕਰੋ ਹੁਣ, ਕਦੇ ਤੇ ਕੋਈ ਚੱਜ ਦੀ ਗੱਲ ਵੀ ਕਰਿਆ ਕਰੋ। ਮੁੰਡੇ ਵਿਚਾੜੇ ਦੀ ਸ਼ਾਮਤ ਲਿਆ ਛੱਡੀ ਜੇ। ਸਿਆਣੇ ਬਿਆਣੇ ਪੜ੍ਹੇ ਲਿਖੇ ਹੋ ਕੇ ਘਰੀ ਮੁਰੀ ਬਸ ਉਸੇ ਗੱਲ ਨੂੰ ਫਰੀ ਜਾਓਗੇ। ਪੁਸ਼ਤੈਨੀ ਲਾਹੌਰੀਆ ਹੋਣ ਕਰਕੇ ਉਸਤਾਦ ਭੰਡਾਰੀ ਰਾਰੇ ਨੂੰ ਰਾੜਾ ਤੇ ਰਾੜੇ ਨੂੰ ਰਾਰਾ ਕਰਕੇ ਬੋਲਦਾ ਸੀ। ਮੁੰਡਿਆਂ ਨੇ ਇਸੇ ਜਵਾਬਦਾਨੀ ਦੇ ਆਧਾਰ ਤੇ ਉਸਦੀ ਇੱਕ ਛੇੜ ਪਾਈ ਹੋਈ ਸੀ, ਪੜਾ ਜੀ। ਪਾਪਰ ਨੂੰ ਕੀਰੀਆਂ ਚੜ ਗਈਆਂ ਜੇ। ਤੇ ਜਦ ਤੋਂ ਇਸ ਛੇੜ ਬਦਲੇ ਉਸਤਾਦ ਭੰਡਾਰੀ ਨੇ ਇੱਕ ਵਾਰੀ ਇੱਕ ਡਿਸਟਰੀਬਿਊਟਰ ਦਾ ਸਿਰ ਪਾੜ ਦਿੱਤਾ, ਤਦ ਤੋਂ ਡਰਦੇ ਮਾਰੇ ਉਸਦੀ ਇਸ ਛੇੜ ਨੂੰ ਕੋਈ ਨਹੀਂ ਦੁਹਰਾਉਂਦਾ। ਫਿਰ ਵੀ ਕਈ ਵਾਰੀ ਦਾਓ ਬਚਾ ਕੇ ਤੇ ਕਿਸੇ ਓਲੇ ਪਿੱਛੇ ਹੋ ਕੇ ਮੁੰਡੇ ਅਕਸਰ ਪੜਾ ਜੀ ਜਾਂ ਪਾਪਰ ਕੀਰੀਆਂ ਆਦਿ ਕਹਿ ਕੇ ਆਪਣਾ ਝੱਸ ਪੂਰਾ ਕਰ ਹੀ ਲੈਂਦੇ ਸਨ। ਉਸਤਾਦ ਭੰਡਾਰੀ ਦੀ ਲਲਕਾਰ ਨੇ ਇਹ ਦੰਦ ਕਥਾ ਬੰਦ ਕਰਾ ਦਿੱਤੀ। ਨਾਲੇ ਹੁਣ ਸ਼ੁਕਲ ਸਾਹਿਬ ਦੇ ਆਉਣ ਦਾ ਵੀ ਵੇਲਾ ਹੋ ਚੁੱਕਾ ਸੀ। ਗੰਡਾ ਮਲ ਨੂੰ ਅਚਾਨਕ ਖਿਆਲ ਆਇਆ ਕਿ ਗਪੂਟੇਸ਼ਨ ਦੇ ਸਭ ਤੋਂ ਸਰਗਰਮ ਲੀਡਰ ਬਾਬੂ ਨਵਲ ਕਿਸ਼ੋਰ ਨੇ ਕੱਲ ਪਰਸੋਂ ਤੋਂ ਕਿਸੇ ਬਹਿਸ ਮੁਹਾਬਸੇ ਵਿੱਚ ਹਿੱਸਾ ਨਹੀਂ ਲਿਆ। ਜਿਹੜਾ ਮੂੰਹ ਧਿਆਨ ਆਪਣੇ ਕੰਮ ਵਿੱਚ ਰੁੱਝਾ ਹੋਇਆ ਸੀ, ਉਸ ਆਵਾਜ਼ ਦਿੱਤੀ, ਉਹ ਬਾਬੂ ਕਿਸ਼ੋਰ, ਕੀ ਗੱਲ ਹੈ ਯਾਰ, ਕਿਉਂ ਸਿੰਗਲ ਡਾਊਨ ਹੋਇਆ ਪਿਆ ਏ? ਕੁਝ ਨਹੀਂ, ਐਵੇਂ ਤਬੀਅਤ ਕੁਝ ਭਾਰੀ ਭਾਰੀ ਹੈ ਜਰਾ। ਨਵਲ ਕਿਸ਼ੋਰ ਨੇ ਉਵੇਂ ਹੀ ਮੂੰਹ ਧਿਆਨ ਕੰਪੋਜ਼ ਕਰਦਿਆਂ ਕਹਿ ਦਿੱਤਾ, ਚੰਗੀ ਭਾਰੀ ਏ ਤਬੀਅਤ ਤੇਰੀ, ਸਟਿਕ ਤੇ ਸਟਿਕ ਉਤਾਰੀ ਜਾ ਰਿਹਾ ਏ। ਕੋਈ ਅਰਜੈਂਟ ਕੰਮ ਮਿਲਿਆ ਈ? ਹਾਂ ਅਰਜੈਂਟ ਹੀ ਸਮਝ ਕਹਿ ਕੇ ਨਵਲ ਕਿਸ਼ੋਰ ਨੇ ਉਸ ਨੂੰ ਮਗਰੋਂ ਲਾ ਦਿੱਤਾ। ਛੁੱਟੀ ਵੇਲੇ ਜਦ ਨਵਲ ਕਿਸ਼ੋਰ ਪ੍ਰੈਸ ਚੋਂ ਨਿਕਲਿਆ ਤਾਂ ਵੀ ਬਿਨਾਂ ਕਿਸੇ ਨਾ ਬੋਲੇ ਚਾਲਿਓ ਆਪਣੇ ਰਾਹ ਪੈ ਗਿਆ ਤੇ ਜਿਉਂ-ਜਿਉਂ ਘਰ ਵੱਲ ਤੁਰਿਆ ਗਿਆ ਉਸਦੇ ਅੰਦਰ ਇੱਕ ਖੌਫਨਾਕ ਜਿਹੀ ਆਵਾਜ਼ ਉੱਚੀ ਤੋਂ ਉੱਚੀ ਹੋ ਕੇ ਗੂੰਜਦੀ ਰਹੀ, ਤੂੰ ਪਾਪੀ ਏ ਕਿਸ਼ੋਰ, ਤੂੰ ਪਾਪ ਕੀਤਾ ਹੈ ਤੇ ਇਸ ਪਾਪ ਦੀ ਸਜ਼ਾ ਤੈਨੂੰ ਅਵਸ਼ ਭੁਗਤਣੀ ਪਵੇਗੀ। ਤੂੰ ਨਰਕ ਵਿੱਚ ਪਾਇਆ ਜਾਵੇਗਾ ਜਿੱਥੋਂ ਤੈਨੂੰ ਕੋਈ ਨਹੀਂ ਕੱਢ ਸਕੇਗਾ। ਸਾਰਾ ਦਿਨ ਉਸਦੇ ਅੰਦਰ ਇਸੇ ਕਿਸਮ ਦੀਆਂ ਆਵਾਜ਼ਾਂ ਗੂੰਜਦੀਆਂ ਰਹੀਆਂ। ਰੋਜ਼ ਵਾਂਗ ਅੱਜ ਵੀ ਪ੍ਰੈਸ ਵਿੱਚ ਕੰਮ ਦੇ ਨਾਲ-ਨਾਲ ਛੇੜਾ-ਛਾੜੀ, ਟੋਕ ਮਜ਼ਾਕ ਤੇ ਹਾਸਾ ਠੱਠਾ ਬਰਾਬਰ ਜਾਰੀ ਰਿਹਾ ਸੀ। ਖਾਸ ਕਰਕੇ ਉਸ ਨਵੇਂ ਸ਼ਾਗਿਰਦ ਉੱਤੇ ਹੋਈ ਟੀਕਾ ਟਿੱਪਣੀ ਨੇ ਤਾਂ ਪਿਛਲੇ ਕਈਆਂ ਚਿਰਾਂ ਦੇ ਇਤਿਹਾਸ ਨੂੰ ਮਾਤ ਪਾ ਦਿੱਤੀ ਸੀ। ਪਰ ਨਵਲ ਕਿਸ਼ੋਰ ਨੇ ਉੱਕਾ ਕਿਸੇ ਗੱਲ ਵਿੱਚ ਹਿੱਸਾ ਨਹੀਂ ਲਿਆ। ਬਸ ਉਹ ਸੀ ਤੇ ਉਸਦਾ ਕੰਮ ਸੀ ਤੇ ਜਾਂ ਫਿਰ ਉਹੀ ਅੰਦਰ ਗੂੰਜ ਰਹੀਆਂ ਆਵਾਜ਼ਾਂ। ਮਾਲਕ ਪਾਸੋਂ 100 ਦੇ ਉਹ 5 ਨੋਟ ਜਿਹੜੇ ਲੈ ਕੇ ਉਹ ਸਵੇਰੇ ਆਪਣੀ ਮਾਂ ਨੂੰ ਦੇ ਆਇਆ ਸੀ, ਉਹ 5 ਨੋਟ ਕਈ ਤਰ੍ਹਾਂ ਦੀਆਂ ਡਰਾਉਣੀਆਂ ਸ਼ਕਲਾਂ ਬਣਾ ਕੇ ਉਸਦੇ ਸਾਹਮਣੇ ਆਉਂਦੇ ਤੇ ਉਹ ਬਰਾਬਰ ਸੋਚੀ ਜਾਂਦਾ, ਇਹ ਮੈਂ ਕੀ ਕਰ ਬੈਠਾ? ਕੀ ਹੋ ਗਿਆ ਮੇਰੀ ਮੱਤ ਨੂੰ ਜੋ ਮੈਂ ਜਾਣ ਬੁੱਝ ਕੇ ਪਾਪ ਦੇ ਰਸਤੇ ਵੱਲ ਕਦਮ ਵਧਾ ਲਿਆ? ਮੈਂ ਕਾਨੂੰਨ ਦੀਆਂ ਨਜ਼ਰਾਂ ਵਿੱਚ, ਰੱਬ ਦੀਆਂ ਨਜ਼ਰਾਂ ਵਿੱਚ, ਮਾਪਿਆਂ ਦੀਆਂ ਨਜ਼ਰਾਂ ਵਿੱਚ ਤੇ ਆਪਣੀਆਂ ਨਜ਼ਰਾਂ ਵਿੱਚ ਮੁਜਰਮ ਹਾਂ। ਪੰਡਤ ਕਿੱਡਾ ਚਲਾਕ ਨਿਕਲਿਆ ਕਿ ਮੈਨੂੰ ਉਸਨੇ ਕੇਵਲ 500 ਹੋਰ ਦੇ ਕੇ ਗਲੋਂ ਲਾ ਦਿੱਤਾ। ਉਸਨੇ ਜਿੰਨਾ 2 ਟਾਈਪ ਕੀਤੇ ਹੋਏ ਕਾਗਜ਼ਾਂ ਹੇਠ ਮੇਰੇ ਦਸਤਖਤ ਕਰਵਾਏ ਸਨ, ਮੈਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਵਿੱਚ ਕੀ ਲਿਖਿਆ ਹੋਇਆ ਸੀ। ਮੈਂ ਕਿਤਨੀ ਬੇਵਕੂਫੀ ਕੀਤੀ ਕਿ ਪੈਸਿਆਂ ਬਦਲੇ ਆਪਣਾ ਲੋਕ ਤੇ ਪਰਲੋਕ ਦੋਵੇਂ ਵਿਗਾੜ ਲਏ। ਨਹੀਂ, ਮੈਨੂੰ ਇਹ ਮਨਜ਼ੂਰ ਨਹੀਂ। ਮੈਂ ਅੱਜ ਰੁਪਈਏ ਲੈ ਜਾ ਕੇ ਉਸਦੇ ਮੱਥੇ ਮਾਰਾਂਗਾ। ਹਰਾਮ ਦੀ ਕਮਾਈ ਖਾਣ ਨਾਲ ਤਾਂ ਜ਼ਹਿਰ ਖਾ ਲੈਣਾ ਚੰਗਾ ਹੈ। ਉਸਦੇ ਘਰ ਜਾਵਾਂਗਾ ਤੇ ਕੰਨ ਖੋਲ ਕੇ ਸੁਣਾਵਾਂਗਾ ਉਸਨੂੰ ਸਭ ਕੁਝ। ਉਸ ਨਾਲ ਇਕਰਾਰ ਜੋ ਕਰ ਆਇਆ ਹਾਂ ਕਿ ਪਰਸੋਂ ਸੋਮਵਾਰ ਕਿਸੇ ਅਫਸਰ ਦੇ ਸਾਹਮਣੇ ਮੈਨੂੰ ਉਸਦੇ ਨਾਲ ਜਾਣਾ ਪਵੇਗਾ, ਸੋ ਕਿਉਂ ਨਾ ਪਹਿਲਾਂ ਹੀ ਠੋਕ ਕੇ ਜਵਾਬ ਦੇ ਦਿਆਂ ਉਸਨੂੰ। ਘਰ ਪਹੁੰਚ ਕੇ ਉਸਨੇ ਮਾਂ ਉੱਤੇ ਪਹਿਲਾ ਸਵਾਲ ਕੀਤਾ, ਮਾਂ ਕਿੱਥੇ ਰੱਖੇ ਉਹ ਨੋਟ? ਨੋਟ ਕਿਉਂ? ਨਿਹਾਲੂ ਨੇ ਪੁੱਛਿਆ। ਕਿਉਂ, ਕਾਹਦੀ ਲੋੜ ਹੈ ਮੈਨੂੰ? ਲਿਆ ਛੇਤੀ ਕਰ, ਮੈਂ ਵਾਪਸ ਕਰਨੇ ਨੇ। ਨਿਹਾਲੂ ਦਾ ਰੰਗ ਉੱਡ ਗਿਆ। ਪਰ ਉਹਨਾਂ ਵਿੱਚੋਂ ਤਾਂ ਕੁਝ ਰਕਮ ਮੈਂ ਵਰਤ ਲਈਏ। ਵਰਤ ਲਈਓ? ਰੱਬ ਦੀ ਮਾਰ, ਕਿਸ ਗਿਆ ਸੀ ਤੈਨੂੰ ਵਰਤਨ ਨੂੰ? ਮੈਨੂੰ ਕੀ ਪਤਾ ਸੀ? ਮੈਂ ਆਖਿਆ ਵਿਆਜ ਜੋ ਸੁੰਦੀ ਜਾਂਦੀ ਏ, ਬੇਗਾਨਾ ਕਰਜ਼ ਲਾ ਛੱਡਾਂ। ਕਿਸ ਦਾ ਕਰਜ਼? ਉਸੇ ਜਵਾਲੀ ਸਰੜਾੜੀ ਦਾ ਜਿਹੜੀ ਰੋਜ਼ ਆ ਕੇ ਹੱਬਾ ਤੱਬਾ ਕਰ ਜਾਂਦੀ ਹੈ। ਕਿੰਨੇ ਦਿੱਤੇ ਹੀ ਉਸਨੂੰ? 6 ਵੀਹਾਂ ਤੇ 5। ਸਤਿਆਨਾਸ। ਕਿਉਂ, ਕੀ ਹੋਇਆ? ਹੋਇਆ ਝਾਟਾ ਤੇਰਾ। ਨਵਲ ਕਿਸ਼ੋਰ ਜਿੱਥੇ ਖੜਾ ਸੀ ਉੱਥੇ ਹੀ ਬੈਠ ਗਿਆ। ਅੰਕ 7ਵਾਂ। ਇੰਦਰਾ। ਓ ਉੱਠ ਮੇਰੀ ਰਾਣੀ। ਓ ਬੜਾ ਤੰਗ ਕਰਨੀ ਏ ਸੱਚੀ ਤੂੰ।
ਭਲਾ ਇਹ ਸੌਣ ਦਾ ਵੇਲਾ ਏ? ਐਤਵਾਰ ਵਾਲੇ ਦਿਨ ਤਾਂ ਰੱਬ ਵੀ ਛੁੱਟੀ ਕੀਤੀ ਸੀ ਜਦੋਂ ਦੁਨੀਆ ਬਣਾਉਂਦਾ ਪਿਆ ਸੀ। ਤੂੰ ਵੀ ਕਦੀ ਤੇ ਨੀਂਦਰ ਦਾ ਨਾਗਾ ਕਰਿਆ ਕਰ। ਅੱਜ ਪਿਕਨਿਕ ਦਾ ਪ੍ਰੋਗਰਾਮ ਬਣਾਈਏ। ਪਿਛਲਾ ਐਤਵਾਰ ਵੀ ਤੂੰ ਸੁੱਤੇ ਹੀ ਗੁਜ਼ਾਰ ਛੱਡਿਆ ਸੀ। ਉੱਠ। ਐਤਕੀ ਇੱਕ ਲੰਮੀ ਸਾਰੀ ਹੁੰਗਰ ਨਾਲ ਇੰਦਰਾ ਨੇ ਅੰਗੜਾਈ ਲਈ ਤੇ ਫਿਰ ਕਰਵਟ ਬਦਲ ਕੇ ਦੂਜੇ ਪਾਸੇ ਪਰਨੇ ਹੋ ਸੁੱਤੀ। ਉਸ ਦੇ ਪਾਸਾ ਪਰਤਨ ਦੇ ਨਾਲ ਪਲੰਘ ਦੀਆਂ ਚੂਲਾਂ ਵਿੱਚੋਂ ਉਸਦੀ ਊਂ ਨਾਲੋਂ ਵੀ ਉੱਚੀ ਆਵਾਜ਼ ਵਿੱਚ ਕਿੜ-ਕਿੜ ਆਵਾਜ਼ ਪੈਦਾ ਹੋਈ। ਸ਼ੁਕਲ ਜੀ ਨੇ ਬਥੇਰੀ ਵਾਹ ਲਾਈ, ਕੁਤਕਤਾਰੀਆਂ ਕੀਤੀਆਂ, ਗੁੱਤ ਖਿੱਚੀ, ਉਂਗਲਾਂ ਮਰੋੜੀਆਂ, ਪਰ ਬੇਅਰਥ। ਅੱਧ ਮੋਏ ਹਾਥੀ ਨੇ ਨਾ ਉੱਠਣਾ ਸੀ ਨਾ ਉੱਠਿਆ। ਪਰ ਸ਼ੁਕਲ ਜੀ ਨੇ ਵੀ ਅੱਜ ਸ਼੍ਰੀਮਤੀ ਜੀ ਨੂੰ ਜਗਾਉਣ ਲਈ ਉਧਾਰ ਚੁੱਕਿਆ ਹੋਇਆ ਜਾਪਦਾ ਸੀ। ਜਿਸ ਪਾਸੇ ਉਹ ਕਰਵਟ ਮੋੜਦੀ, ਉਸੇ ਪਾਸੇ ਹੋ ਕੇ ਤਰ੍ਹਾਂ ਤਰ੍ਹਾਂ ਦੇ ਲਾਡਾਂ ਮਲਾਰਾਂ ਨੂੰ ਉਸਨੂੰ ਜਗਾਉਣ ਦੇ ਹੀਲੇ ਕਰਨ ਲੱਗ ਪੈਂਦੇ। ਇੰਦਰ ਉਸਦੀ ਡਬਲ ਰੋਟੀ ਵਰਗੀ ਗੱਲ ਵਿੱਚ ਉਂਗਲ ਖੋਭਦੇ ਹੋਏ ਸ਼ੁਕਲ ਜੀ ਕਹਿਣ ਲੱਗੇ, ਤੈਨੂੰ ਇੱਕ ਖੁਸ਼ਖਬਰੀ ਸੁਣਾਵਾਂ? ਉੱਠੇ ਨਾ ਜ਼ਰਾ ਗੱਲ ਸੁਣ ਬਈ, ਤੈਨੂੰ ਮੇਰੀ ਸਹੁੰ। ਅੱਛਾ, ਗੱਲ ਸੁਣ ਕੇ ਫਿਰ ਸੌਂ ਜਾਈਂ। ਚੱਲ ਐਵੇਂ ਸਹੀ। ਲੈ ਹੁਣ ਤੇ ਉੱਠਣਾ। ਅੱਛਾ, ਲੰਮੀ ਪਈ ਹੀ ਸੁਣ ਲੈ, ਪਰ ਅੱਖਾਂ ਤੇ ਖੋਲ ਨਾ ਜ਼ਰਾ। ਇੱਕ ਵਾਰੀ ਬਸ ਸਿਰਫ ਇੱਕੋ ਵੇਰ, ਫਿਰ ਸੌਂ ਜਾਈਂ। ਚੱਲ, ਬੜੀ ਸ਼ਾਨਦਾਰ ਖੁਸ਼ਖਬਰੀ। ਸੱਚੀ ਸੁਣ ਕੇ ਤੂੰ ਇਤਨੀ ਖੁਸ਼ ਹੋਵੇਂਗੀ ਕਿ। ਸ਼ੁਕਲ ਜੀ ਨੇ ਆਪਣੀ ਤਕਰੀਰ ਵਿੱਚ ਕਰਾਮਾਤੀ ਅਸਰ ਮਹਿਸੂਸ ਕੀਤਾ ਜਦ ਇੰਦਰਾ ਪੂਰੀ ਕੋਸ਼ਿਸ਼ ਨਾਲ ਅੱਖਾਂ ਉਗੇੜਨ ਲੱਗੀ ਕਿ ਆਪਣੇ ਉੱਪਰ ਝੁਕੇ ਹੋਏ ਪਤੀ ਵੱਲ ਕੁਝ ਰੋਹ ਤੇ ਕੁਝ ਨਿਹੌਰੇ ਭਰੀ ਨਜ਼ਰ ਨਾਲ ਤੱਕਦਿਆਂ ਬੈਠੇ ਹੋਏ ਗਲੇ 'ਚੋਂ ਉਸ ਪੁੱਛਿਆ, ਏਦਾਂ ਨਹੀਂ ਉੱਠ ਕੇ। ਸ਼ੁਕਲ ਜੀ ਨੇ ਉਸਦੀਆਂ ਬਾਹਾਂ ਫੜ ਕੇ ਉਠਾਉਣ ਦਾ ਯਤਨ ਕਰਦਿਆਂ ਕਿਹਾ, ਪਰ ਕਰੇਨ ਨਾਲ ਚੁੱਕਣ ਵਾਲਾ ਇੰਜਨ ਕੀ ਬਾਹਾਂ ਨਾਲ ਚੁੱਕਿਆ ਜਾ ਸਕਦਾ ਸੀ? ਜਦਕਿ ਸ਼ੁਕਲ ਜੀ ਦੇ ਦੋਹਾਂ ਹੱਥਾਂ ਦੀਆਂ ਉਂਗਲਾਂ ਸ਼੍ਰੀਮਤੀ ਦੀ ਕਲਾਈ ਦੁਆਲੇ ਵੀ ਨਹੀਂ ਸਨ ਪੂਰੀਆਂ ਉਤਰਦੀਆਂ। 2-4 ਵਾਰੀ ਜ਼ੋਰ ਲਾਉਣ ਤੋਂ ਬਾਅਦ ਸ਼ੁਕਲ ਜੀ ਨੇ ਥੱਕ ਕੇ ਹੌਂਕਣ ਲੱਗ ਪਏ ਤਾਂ ਨਿਰਾਸ਼ ਹੋ ਕੇ ਬੋਲੇ, ਚੰਗਾ, ਨਹੀਂ ਤੇ ਤੇਰੀ ਸਲਾਹ ਖੁਸ਼ਖਬਰੀ ਸੁਣਦੀ ਤਾਂ ਨਾ ਸਹੀ। ਤੇ ਉਹ ਪਲੰਘ ਦੀ ਬਾਹੀਂ ਤੋਂ ਉੱਠ ਕੇ ਬੂਹੇ ਵੱਲ ਤੁਰ ਪਏ। ਕੀ ਕਹਿੰਦੇ ਹੋ? ਸੌਣ ਮਰਨ ਵੀ ਨਹੀਂ ਦਿੰਦੇ 2 ਘੜੀਆਂ। ਕਹਿੰਦੀ ਹੋਈ ਇੰਦਰਾ ਆਪਣੇ ਸਰੀਰ ਨੂੰ ਉਠਾਉਣ ਦਾ ਯਤਨ ਕਰਨ ਲੱਗੀ। ਸ਼ੁਕਲ ਜੀ ਨੂੰ ਇਸ ਕਾਮਯਾਬੀ ਨੇ ਇੱਕ ਵਾਰੀ ਫਿਰ ਪਿਛਾਂਹ ਮੋੜ ਲਿਆਂਦਾ। ਦੱਸੋ, ਇੰਦਰਾ ਉਬਾਸੀ ਲੈਂਦੀ ਹੋਈ ਬੋਲੀ। ਕਾਹਦੀ ਖੁਸ਼ਖਬਰੀ ਚਲਾਣ ਡਏ ਹੋਏ ਜੇ? ਸੁਣੇਗੀ ਤਾਂ ਬਸ ਖੁਸ਼ੀ ਨਾਲ ਪਦਮਨੀ ਵਰਗੀ ਨਾਜ਼ੁਕ ਹੋ ਜਾਏਗੀ। ਸ਼ੁਕਲ ਜੀ ਨੇ ਉਸਦੇ ਗਾਗਰ ਵਰਗੇ ਸਰੀਰ ਨਾਲ ਜੁੜ ਕੇ ਬੈਠਦਿਆਂ ਕਿਹਾ, ਪਦਮਨੀ ਵਾਲੀ ਮਸ਼ਕਰੀ ਸੁਣ ਕੇ ਇੰਦਰਾ ਨੂੰ ਗੁੱਸਾ ਚੜਿਆ ਜ਼ਰੂਰ, ਪਰ ਨਾਲ ਹੀ ਇਹੋ ਜਿਹੀ ਕਿਸੇ ਖੁਸ਼ਖਬਰੀ ਨੂੰ ਸੁਣਨ ਲਈ ਉਸਦਾ ਦਿਲ ਕਾਫੀ ਉਤਾਵਲਾ ਜਾਪਦਾ ਸੀ। ਉਹ ਸ਼ੁਕਲ ਜੀ ਦੀ ਮੁੰਨੀ ਹੋਈ ਤਿਲਚੋਲੀ ਦਾੜੀ ਦਾ ਹੱਥ ਉੱਤੇ ਖਰਖਰਾ ਕਰਦੀ ਹੋਈ ਬੋਲੀ, ਦੱਸੋ ਵੀ ਨਾ, ਛੇਤੀ ਕਰੋ, ਨਹੀਂ ਤੇ ਲੱਗੀ ਜੇ ਸੌਣ। ਸ਼ੁਕਲ ਜੀ ਦੀ ਸਲਾਹ ਸੀ ਕਿ ਖੁਸ਼ਖਬਰੀ ਸੁਣਾਉਣ ਤੋਂ ਪਹਿਲਾਂ ਉਹ ਸ਼੍ਰੀਮਤੀ ਜੀ ਪਾਸੋਂ ਕਾਫੀ ਮਿੰਨਤਾਂ ਖੁਸ਼ਾਮਦਾ ਕਰਵਾਉਣਗੇ, ਪਰ ਇਸ ਲੱਗੀ ਜੇ ਸੌਣ ਵਾਲੀ ਧਮਕੀ ਨੇ ਉਹਨਾਂ ਨੂੰ ਪੈਰੋਂ ਕੱਢ ਦਿੱਤਾ ਤੇ ਬਿਨਾਂ ਹੋਰ ਕੋਈ ਭੂਮਿਕਾ ਬੰਨਣ ਤੋਂ ਉਹਨਾਂ ਦੱਸਣਾ ਸ਼ੁਰੂ ਕੀਤਾ, ਪ੍ਰੈਸ ਤੇ ਮਕਾਨ ਦੀ ਅਲਾਟਮੈਂਟ ਭਲਕੇ ਹੋ ਜਾਣੀ ਹੈ ਸਾਡੇ ਨਾਲ। ਇੰਦਰਾ, ਸਮਝ ਲੈ, ਮੈਂ ਰਾਜਾ ਹੋਵੇਂਗਾ ਤੇ ਤੂੰ ਮੇਰੀ ਰਾਣੀ। ਉਹ ਪਤੀ ਨੂੰ ਆਪਣੇ ਭਾਰੇ ਲੁਸਲੁਸੇ ਹੱਥ ਦਾ ਧੱਕਾ ਦਿੰਦੀ ਹੋਈ ਇੰਦਰਾ ਬੋਲੀ, ਭਾਰੀ ਖੁਸ਼ਖਬਰੀ ਕੱਢੀ ਨੇ। ਮੈਂ ਸਮਝਿਆ ਮੋਟਾਪਾ ਦੂਰ ਕਰਨ ਦੀ ਕੋਈ ਦਵਾਈ ਲਿਆਏ ਨੇ। ਪਦਮਨੀ ਨਾ ਸੁਆ। ਅਸਲ ਵਿੱਚ ਇੰਦਰਾ ਜਾਗੀ ਵੀ ਇਸੇ ਆਸ ਉੱਤੇ ਸੀ ਜਦੋਂ ਸੁਣਿਆ ਕਿ ਤੂੰ ਪਦਮਨੀ ਵਰਗੀ ਹੋ ਜਾਏਂਗੀ, ਪਰ ਪਤੀ ਪਾਸੋਂ ਇਹ ਪ੍ਰੈਸ ਤੇ ਮਕਾਨ ਦਾ ਗੈਰ ਦਿਲਚਸਪ ਕਿੱਸਾ ਸੁਣ ਕੇ ਉਸਦਾ ਸਾਰਾ ਉਤਸ਼ਾਹ ਸ਼ਾਈ-ਮਾਈ ਹੋ ਗਿਆ ਤੇ ਉਹ ਨਦੀ ਦੀ ਢਿੰਗ ਵਾਂਗ ਕੜਮ ਕਰਦੀ ਫਿਰ ਪਲੰਘ ਤੇ ਢਹਿ ਗਈ। ਸ਼ੁਕਲ ਜੀ ਨੂੰ ਪਤਾ ਸੀ ਕਿ ਹੁਣ ਸ਼੍ਰੀਮਤੀ ਨੂੰ ਰੋਟੀ ਵੇਲੇ ਤੋਂ ਪਹਿਲਾਂ ਜਗਾਉਣਾ ਕਿਸੇ ਤਰ੍ਹਾਂ ਵੀ ਸੰਭਵ ਨਹੀਂ, ਜਦਕਿ ਨਾਸ਼ਤਾ ਉਹ ਕਰ ਹੀ ਚੁੱਕੀ ਸੀ। ਉਹ ਮਨ ਮਹਿਸੂਸ ਕੇ ਰਹਿ ਗਏ। ਐਡੀ ਭਾਰੀ ਖੁਸ਼ਖਬਰੀ ਸੁਣਾਉਣ ਦਾ ਚਾਅ ਉਹਨਾਂ ਦਾ ਪੂਰਾ ਨਾ ਹੋ ਸਕਿਆ। ਕਮਰੇ ਵਿੱਚੋਂ ਨਿਕਲੇ ਤੇ ਆਪਣੇ ਪ੍ਰਾਈਵੇਟ ਕਮਰੇ ਵਿੱਚ ਜਾ ਬੈਠੇ। ਫਿਰ ਕਾਗਜ਼ ਪੈਨਸਲ ਲੈ ਕੇ ਇੱਕ ਲਿਸਟ ਬਣਾਉਣ ਵਿੱਚ ਲੱਗ ਪਏ। ਸ਼ਾਇਦ ਉਹ ਅੰਦਾਜ਼ਾ ਲਾਣਾ ਚਾਹੁੰਦੇ ਸਨ ਕਿ ਭਲਕੇ ਹੋਣ ਵਾਲੀ ਅਲਾਟਮੈਂਟ ਤੋਂ ਉਹਨਾਂ ਨੂੰ ਕਿੰਨਾ ਕੁ ਲਾਭ ਹੋਵੇਗਾ। ਉਹਨਾਂ ਲਿਖਣਾ ਸ਼ੁਰੂ ਕੀਤਾ। ਪ੍ਰੈਸ ਵਿੱਚ 3 ਪ੍ਰਿੰਟਿੰਗ ਮਸ਼ੀਨਾਂ 25,000, ਕਟਿੰਗ, ਪਰਫੈਕਟਿੰਗ, ਰੂਲਿੰਗ, ਸਟਿਚਿੰਗ ਤੇ ਹੈਡ ਪ੍ਰੈਸ ਆਦਿ 5,000, ਟਾਈਪ 5,000, ਫੁਟਕਲ ਸਮਾਨ ਤੇ ਕਾਗਜ਼ ਦਾ ਸਟਾਕ 10,000, ਮਕਾਨ 45,000, ਘਰ ਦਾ ਮਕਾਨ ਤੇ ਫਰਨੀਚਰ, ਘਰ ਦਾ ਸਮਾਨ ਤੇ ਫਰਨੀਚਰ 3,000, ਨਕਦੀ ਜ਼ੇਵਰ ਆਦਿ 12,000। ਇਹ ਸਾਰਾ ਕੁਝ ਲਿਖ ਚੁੱਕਣ ਤੋਂ ਬਾਅਦ ਉਸੇ ਕਾਗਜ਼ ਦੇ ਹੇਠਲੇ ਹਿੱਸੇ ਤੇ ਉਹਨਾਂ ਖਰਚ ਲਿਖਣਾ ਸ਼ੁਰੂ ਕੀਤਾ। ਨਵਲ ਕਿਸ਼ੋਰ ਨੂੰ ਦਿੱਤੇ 600, ਨਵਲ ਕਿਸ਼ੋਰ ਨੂੰ ਤਰੱਕੀ ਜੋ ਵੱਧ ਤੋਂ ਵੱਧ 1 ਸਾਲ ਦੇਣੀ ਪਵੇਗੀ 600, ਕਸਟੋਡੀਅਨ ਦੇ ਕਲਰਕਾਂ ਆਦਿ ਨੂੰ 400, ਡਾਕਟਰ ਆਨੰਦ ਦਾ ਪ੍ਰਾਪੇਗੰਡਾ ਕਰਨ ਦਾ ਖਰਚ 500, ਕੁੱਲ ਖਰਚ ਦਾ ਜੋੜ 2100, ਜਿਹੜਾ ਪੈਨਸਲ ਨਾਲ ਲਿਖੀਆਂ ਹੋਈਆਂ 10, 15, 17 ਨੂੰ ਸ਼ੁਕਲ ਇਹਨਾਂ ਪੈਨਸਲ ਨਾਲ ਲਿਖੀਆਂ ਹੋਈਆਂ 10, 15, 17 ਨੂੰ ਸ਼ੁਕਲ ਜੀ ਬਾਰ-ਬਾਰ ਪੜ੍ਹਦੇ ਤੇ ਪੜ੍ਹ ਕੇ ਖੁਸ਼ੀ ਵਿੱਚ ਝੂਮਣ ਲੱਗ ਪੈਂਦੇ। ਉਹਨਾਂ ਦੀ ਖੁਸ਼ੀ ਦਾ ਕਾਰਨ ਨਿਰੀਪੁਰੀ ਇਹ ਲੱਖ ਰੁਪਏ ਦੀ ਚੀਜ਼ ਨਹੀਂ ਸੀ। ਇਹ ਤਾਂ ਪਹਿਲਾਂ ਤੋਂ ਹੀ ਉਹਨਾਂ ਦੇ ਕਬਜ਼ੇ ਵਿੱਚ ਸੀ। ਜੇ ਉਹਨਾਂ ਨੂੰ ਪ੍ਰੈਸ ਤੇ ਮਕਾਨ ਛੱਡਣੇ ਪੈਂਦੇ
ਤਾਂ ਵੀ ਉਹ ਚੀਜ਼ਾਂ ਕਿਸੇ ਨੂੰ ਦਿਵਾਲ ਨਹੀਂ ਸਨ। ਵੱਧ ਤੋਂ ਵੱਧ ਹੁੰਦਾ ਤਾਂ ਨਾ ਮਾਤਰ ਇੱਕ ਅੱਧੀ ਟੁੱਟੀ ਮਸ਼ੀਨ ਪ੍ਰੈਸ ਵਿੱਚ ਛੱਡ ਕੇ ਤੇ 2-4 ਮੰਜੇ ਕੁਰਸੀਆਂ ਘਰ ਵਿੱਚ ਰਹਿਣ ਦੇ ਕੇ ਬਾਕੀ ਸਭ ਕੁਝ ਉਹਨਾਂ ਨੂੰ ਡਕਾਰ ਲੈਣਾ ਸੀ। ਖੁਸ਼ੀ ਸਭ ਤੋਂ ਵੱਡੀ ਉਹਨਾਂ ਨੂੰ ਇਸ ਗੱਲ ਦੀ ਸੀ ਕਿ ਇੱਕ ਚੱਲਿਆ ਚਲਾਇਆ ਪ੍ਰੈਸ ਜਿਹੜਾ ਇਸ ਵੇਲੇ 500 ਰੁਪਏ ਮਹੀਨੇ ਕਿਰਾਏ ਤੋਂ ਇਲਾਵਾ ਮਿਲਣਾ ਮੁਸ਼ਕਿਲ ਸੀ, ਸਿਰਫ 15-20 ਰੁਪਏ ਮਹੀਨੇ ਤੋਂ ਉਹਨਾਂ ਦੇ ਹੱਥ ਆ ਜਾਣਾ ਸੀ। ਤੇ ਇਹ ਮਕਾਨ ਅੱਜ ਦੇ ਸਮੇਂ ਵਿੱਚ ਜਿਸ ਦਾ ਕਿਰਾਇਆ 100-150 ਤੋਂ ਘੱਟ ਕਿਸੇ ਹਾਲਤ ਵਿੱਚ ਵੀ ਮੁਮਕਿਨ ਨਹੀਂ ਸੀ, ਸ਼ੁਕਲ ਜੀ ਨੂੰ 10 ਰੁਪਏ ਮਹੀਨੇ ਤੇ ਮਿਲਣ ਦੀ ਪੂਰੀ ਉਮੀਦ ਸੀ। ਪਰ ਇੰਨੀ ਭਾਰੀ ਖੁਸ਼ੀ ਦੇ ਹੁੰਦਿਆਂ ਵੀ ਇੱਕ ਉਲਝਣ ਹਜੇ ਤੱਕ ਉਹਨਾਂ ਦੇ ਸਾਹਮਣੇ ਜਿਉਂਦੀ ਤਿਉਂ ਬਾਕੀ ਸੀ ਤੇ ਇਹ ਸੀ ਉਸ ਸ਼ੋਕਰੇ ਨਵਲ ਕਿਸ਼ੋਰ ਬਾਰੇ। 50 ਰੁਪਏ ਤਰੱਕੀ ਤੇ 100 ਰੁਪਏ ਇਨਾਮ ਦੇ ਕੇ ਉਹਨਾਂ ਨੇ ਅਲਾਟਮੈਂਟ ਉਸੇ ਦੇ ਨਾਂ ਕਰਵਾਉਣ ਦਾ ਪ੍ਰਬੰਧ ਤਾਂ ਕਰ ਲਿਆ ਤੇ ਉਹਨਾਂ ਦਾ ਖਿਆਲ ਸੀ ਕਿ ਇੱਕ ਭੁੱਖੇ ਤੇ ਅਨਪੜ੍ਹ ਰਿਫਿਊਜੀ ਲਈ ਇੰਨਾ ਹੀ ਕਾਫੀ ਹੋਵੇਗਾ। ਪਰ ਉਹਨਾਂ ਦੀ ਹੈਰਾਨੀ ਤੇ ਨਾਲ ਹੀ ਪਰੇਸ਼ਾਨੀ ਵੀ ਵੱਧ ਗਈ ਜਦ ਦੁਬਾਰਾ ਉਹ ਉਹਨਾਂ ਪਾਸ ਆ ਕੇ ਤੇ ਕਈ ਤਰ੍ਹਾਂ ਦੇ ਅਸਲੇ ਮਸਲੇ ਕਰਨ ਟਹਿ ਪਿਆ। ਸ਼ੁਕਲ ਜੀ ਦਾ ਅਨੁਮਾਨ ਗਲਤ ਨਿਕਲਿਆ। ਜਿਹੜਾ ਉਹਨਾਂ ਨੇ ਮੁੰਡੇ ਨੂੰ ਉੱਕਾ ਹੀ ਭੋਲਾ ਮਹੇਸ਼ ਸਮਝ ਲਿਆ ਸੀ, ਭਾਵੇਂ ਉਹਨਾਂ ਆਪਣੇ ਵੱਲੋਂ ਬਥੇਰੀ ਪਕਿਆਈ ਕੀਤੀ, ਮੁੰਡੇ ਦੇ ਸਿਰ ਤੇ ਗੀਤਾ ਰੱਖ ਕੇ ਉਹਨਾਂ ਨੇ ਉਸ ਪਾਸੋਂ ਪ੍ਰਣ ਲੈ ਲਿਆ ਸੀ ਕਿ ਇਸ ਮਾਮਲੇ ਦਾ ਭੇਦ ਉਹ ਕਿਸੇ ਅੱਗੇ ਨਹੀਂ ਖੋਲੇਗਾ। ਪਰ ਉਸ ਦੀ ਦੂਸਰੀ ਆਮਦ ਤੋਂ ਉਹਨਾਂ ਨੂੰ ਸ਼ੱਕ ਪੈ ਗਿਆ ਕਿ ਜ਼ਰੂਰ ਮੁੰਡੇ ਨੇ ਕਿਸੇ ਅੱਗੇ ਰਾਜ ਖੋਲ੍ਹਿਆ ਹੋਵੇਗਾ ਤੇ ਜ਼ਰੂਰ ਕਿਸੇ ਨੇ ਉਸ ਨੂੰ ਉਲਟੀ ਪੱਟੀ ਪੜਾ ਦਿੱਤੀ ਹੋਵੇਗੀ। ਪਰ ਫਸੀ ਦਾ ਫਟਕਣ ਕੀ ਸੀ? ਜਿਵੇਂ ਵੀ ਹੋ ਸਕੇ ਮੁੰਡੇ ਨੂੰ ਹਾਲ ਕੁਝ ਚਿਰ ਕਾਬੂ ਵਿੱਚ ਰੱਖਣਾ ਜ਼ਰੂਰੀ ਸੀ, ਨਹੀਂ ਤਾਂ ਸਾਰਾ ਗੁੜਗੋਹਾ ਹੋ ਜਾਣ ਦਾ ਖਤਰਾ ਸੀ। ਸੋ ਦਮ ਦਲਾਸਾ ਦੇ ਕੇ ਉਹਨਾਂ ਨੇ 500 ਹੋਰ ਉਸਦੇ ਮੱਥੇ ਮਾਰਿਆ ਤੇ ਖਹਿੜਾ ਛੁਡਾਇਆ। ਪਰ ਇੰਨੇ ਨਾਲ ਹੀ ਸ਼ੁਕਲ ਜੀ ਦੀ ਚਿੰਤਾ ਦੂਰ ਨਹੀਂ ਹੋ ਗਈ। ਉਹ ਜਾਣਦੇ ਸਨ ਕਿ ਇੱਕ ਵਾਰੀ ਜਿਸ ਦੇ ਮੂੰਹ ਲਹੂ ਲੱਗ ਜਾਵੇ ਫਿਰ ਉਸ ਦਾ ਸਵਾਦ ਛੁੱਟਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਵੇਲੇ ਜਦ ਕਿ ਇੱਕ ਭਾਰੀ ਕਾਮਯਾਬੀ ਦੀ ਉਮੀਦ ਵਿੱਚ ਸ਼ੁਕਲ ਜੀ ਦਾ ਦਿਲ ਖੁਸ਼ੀ ਨਾਲ ਲਹਿਰਾ ਰਿਹਾ ਸੀ ਤਾਂ ਇਸ ਨਿੱਕੀ ਜਿਹੀ ਚਿੰਤਾ ਨੇ ਉਹਨਾਂ ਦਾ ਸਵਾਦ ਕੁਝ ਕਿਰਕਿਰਾ ਕਰ ਦਿੱਤਾ। ਨਾਸ਼ਤੇ ਦਾ ਵਕਤ ਹੋ ਚੁੱਕਾ ਸੀ। ਨਾਸ਼ਤਾ ਸਵੇਰ ਦੇ ਵੇਲੇ ਉਹਨਾਂ ਦੇ ਘਰ ਬਣਿਆ ਕਰਦਾ ਸੀ, ਪਹਿਲਾਂ ਇੰਦਰਾ ਲਈ ਫਿਰ ਸ਼ੁਕਲ ਜੀ ਲਈ। ਇੰਦਰਾ ਤਾਂ ਕਦੇ ਦਾ ਆਪਣਾ ਹਿਸਾਬ ਨਿਬੇੜ ਚੁੱਕੀ ਸੀ ਪਰ ਸ਼ੁਕਲ ਜੀ ਹਜੇ ਬਾਕੀ ਸਨ। ਐਤਵਾਰ ਕਰਕੇ ਭਾਵੇਂ ਪ੍ਰੈਸ ਵਿੱਚ ਛੁੱਟੀ ਸੀ ਪਰ ਮਿਲਣ ਗਿਲਣ ਦਾ ਕੰਮ ਸਗੋਂ ਇਸੇ ਦਿਨ ਬਹੁਤਾ ਹੁੰਦਾ ਸੀ। ਅੱਜ ਵੀ ਉਹਨਾਂ ਨੇ ਕਈ ਜ਼ਰੂਰੀ ਮੁਲਾਕਾਤਾਂ ਲਈ ਜਾਣਾ ਸੀ। ਸੋ ਰਸੋਈਏ ਨੂੰ ਜਲਦੀ ਦੀ ਤਾਕੀਦ ਕਰਨ ਲਈ ਉਹ ਕਮਰੇ 'ਚੋਂ ਬਾਹਰ ਨਿਕਲੇ ਹੀ ਸਨ ਕਿ ਬੂਹੇ ਵੱਲੋਂ ਉਹਨਾਂ ਨੂੰ ਸੁਣਾਈ ਦਿੱਤਾ, ਪੰਡਤ ਜੀ। ਨਵਲ ਕਿਸ਼ੋਰ ਦੀ ਆਵਾਜ਼ ਉਹਨਾਂ ਝਟ ਪਛਾਣ ਲਈ ਤੇ ਉਸਨੂੰ ਉੱਪਰ ਸੱਦ ਲਿਆ। ਰਸੋਈ ਵੱਲ ਜਾਂਦੇ ਜਾਂਦੇ ਉਹ ਰੁਕ ਗਏ। ਜਿਉਂ ਹੀ ਨਵਲ ਕਿਸ਼ੋਰ ਉੱਪਰ ਪੁੱਜਾ ਕਿ ਉਹਨਾਂ ਨੇ ਉਸਨੂੰ ਗਲਵਕੜੀ ਵਿੱਚ ਲੈ ਲਿਆ। ਇਸ ਅਲਿੰਗਨ ਨੇ ਨਵਲ ਕਿਸ਼ੋਰ ਦੇ ਦਿਲ ਦੀ ਬਹੁਤ ਸਾਰੀ ਮੈਲ ਧੋ ਸੁੱਟੀ। ਖੁਸ਼ੀ, ਉਤਸ਼ਾਹ ਤੇ ਪਿਆਰ ਨਾਲ ਲਬਰੇਜ ਹੋ ਕੇ ਉਸਦਾ ਦਿਲ ਨੱਚ ਉੱਠਿਆ। ਚੱਲ ਬੇਟਾ, ਉਸਦੇ ਨੰਗੇ ਸਿਰ ਦੇ ਵਾਲਾਂ ਨੂੰ ਪਲੋਸਦੇ ਹੋਏ ਸ਼ੁਕਲ ਜੀ ਬੋਲੇ, ਚੱਲ ਕੇ ਬੈਠ ਕਮਰੇ ਵਿੱਚ, ਮੈਂ ਜਰਾ ਨਾਸ਼ਤੇ ਲਈ ਕਹਿ ਆਵਾਂ। ਕਮਰਾ ਨਵਲ ਕਿਸ਼ੋਰ ਦਾ ਦੇਖਿਆ ਭਾਲਿਆ ਸੀ ਜਿਹੜਾ ਕੀਮਤੀ ਫਰਨੀਚਰ ਨਾਲ ਝਮਝਮ ਕਰ ਰਿਹਾ ਸੀ। 4 ਪੀਸ ਵਾਲਾ ਸੋਫਾ ਸੈੱਟ ਜਿਹੜਾ ਘੱਟ ਤੋਂ ਘੱਟ 1000-1200 ਦਾ ਹੋਵੇਗਾ ਕਮਰੇ ਦੇ ਸ਼ਾਹਾਨਾ ਰੂਪ ਵਿੱਚ ਵਾਧਾ ਕਰ ਰਿਹਾ ਸੀ। ਉਹ ਜਾਂਦਿਆਂ ਹੀ ਸੋਫੇ ਵਿੱਚ ਧਸ ਗਿਆ। ਉਦੋਂ ਸ਼ੁਕਲ ਜੀ ਨੇ ਇਸੇ ਉੱਤੇ ਉਸਨੂੰ ਆਪਣੇ ਨਾਲ ਬਿਠਾਇਆ ਸੀ। ਬੈਠਣ ਲੱਗਿਆ ਅਚਾਨਕ ਹੀ ਉਸਦੀ ਨਜ਼ਰ ਇੱਕ ਛੋਟੇ ਜਿਹੇ ਕਾਗਜ਼ ਦੇ ਪੁਰਜੇ ਤੇ ਜਾ ਪਈ ਜਿਹੜਾ ਸੋਫੇ ਦੀ ਨੁੱਕਰੇ ਪਿਆ ਸੀ। ਸ਼ੁਕਲ ਜੀ ਦੀ ਲਿਖਤ ਪੜ੍ਹਨ ਦੀ ਉਸਨੂੰ ਚੰਗੀ ਮੁਹਾਰਤ ਸੀ। ਕੰਪੋਜ਼ਿੰਗ ਦੇ ਕੰਮ ਵਿੱਚ ਇਸ ਨਾਲ ਉਹਦਾ ਅਕਸਰ ਵਾਹ ਪੈਂਦਾ ਰਹਿੰਦਾ ਸੀ। ਬੇਖਿਆਲੇ ਹੀ ਉਸਦੀ ਨਜ਼ਰ ਇਸ ਪੁਰਜੇ ਉੱਤੇ ਤੁਰਦੀ ਤੁਰਦੀ ਇੱਕ ਥਾਂ ਤੇ ਜਰਾ ਕੁ ਠਹਿਰ ਗਈ, ਉਸਦੇ ਆਪਣੇ ਨਾਂ ਉੱਤੇ। ਆਪਣੇ ਥਾਂ ਤੋਂ ਅਗਾਂਹ ਸਰਕ ਕੇ ਉਸਨੇ ਰੁੱਕਾ ਫੜ ਲਿਆ। ਚੌਕਸੀ ਨਾਲ ਉਸਨੇ ਬੂਹੇ ਵੱਲ ਝਾਤੀ ਮਾਰੀ। ਕਾਲੀ ਕਾਲੀ ਮਤੇ ਉੱਤੋਂ ਸ਼ੁਕਲ ਜੀ ਆ ਜਾਣ ਉਸਨੇ ਕਾਗਜ਼ ਉੱਪਰ ਪੈਨਸਲ ਨਾਲ ਲਿਖੀਆਂ ਸਤਰਾਂ ਨੂੰ ਮੁੱਢੋਂ ਵਾਚਣਾ ਸ਼ੁਰੂ ਕੀਤਾ। 3 ਪ੍ਰਿੰਟਿੰਗ ਮਸ਼ੀਨਾਂ, 25,000 ਕਟਿੰਗ ਪਰਫਰੇ, 5,000 ਟਾਈਪ। ਸਰਸਰੀ ਜਿਹੇ ਢੰਗ ਨਾਲ ਉਹ ਮਸੇ ਇੰਨਾ ਪੜ੍ਹ ਸਕਿਆ ਸੀ ਕਿ ਉਸਨੂੰ ਬਾਹਰੋਂ ਖੜਾਵਾਂ ਦੀ ਖਟਖਟ ਸੁਣਾਈ ਦਿੱਤੀ। ਪਹਿਲਾਂ ਤਾਂ ਉਸਦੀ ਸਲਾਹ ਹੋਈ ਕਿ ਕਾਗਜ਼ ਉਸਨੇ ਜਿੱਥੋਂ ਚੱਕਿਆ ਸੀ ਉੱਥੇ ਹੀ ਰੱਖ ਦੇਵੇ, ਪਰ ਕਾਹਲੀ ਤੇ ਕੁਝ ਘਬਰਾਹਟ ਦੇ ਕਾਰਨ ਉਹ ਇਸ ਤਰ੍ਹਾਂ ਨਾ ਕਰ ਸਕਿਆ ਤੇ ਉਵੇਂ ਹੀ ਕਾਗਜ਼ ਨੂੰ ਉਂਗਲਾਂ ਵਿੱਚ ਮਰੋੜ ਕੇ ਉਸਨੇ ਜੇਬ ਵਿੱਚ ਸੁੱਟ ਲਿਆ। ਸ਼ੁਕਲ ਜੀ ਆਉਂਦਿਆਂ ਹੀ ਉਸਦੇ ਨਾਲ ਲੱਗ ਕੇ ਬੈਠ ਗਏ ਤੇ ਉਸਦੇ ਪਿੱਠ ਤੇ ਹੱਥ ਫੇਰਦੇ ਹੋਏ ਬੋਲੇ, ਤੇਰੀ ਬੜੀ ਉਮਰ ਏ ਕਾਕਾ, ਮੈਂ ਨੌਕਰ ਨੂੰ ਭੇਜਣ ਹੀ ਲੱਗਾ ਸਾਂ ਤੇਰੇ ਵੱਲ, ਪਤਾ ਨਹੀਂ ਕਿਉਂ ਤੇਰੇ ਨਾਲ ਇੰਨਾ ਮੋਹ ਪੈ ਗਿਆ ਏ। ਜਦ ਤੀਕ ਤੈਨੂੰ ਵੇਖ ਨਾ ਲਵਾਂ ਦਿਲ ਨੂੰ ਚੈਨ ਹੀ ਨਹੀਂ ਆਉਂਦਾ। ਸੁਣ ਕੇ ਨਵਲ ਕਿਸ਼ੋਰ ਦੀਆਂ ਨਾੜਾਂ ਵਿੱਚ ਲਹੂ ਦੂਣੀ ਤੇਜ਼ੀ ਨਾਲ ਦੌੜਨ ਲੱਗਾ। ਸ਼ਰਧਾ ਤੇ ਪਿਆਰ ਨਾਲ ਉਸਦੀਆਂ ਅੱਖਾਂ ਆਪਣੇ ਮਾਲਕ ਦੇ ਕਦਮਾਂ ਤੇ ਝੁਕ ਗਈਆਂ ਤੇ ਦਿਲ ਹੀ ਦਿਲ ਵਿੱਚ ਉਹ ਆਪਣੇ ਆਪ ਨੂੰ ਮਲਾਮਤ ਕਰਨ ਲੱਗਾ ਕਿ ਕਿਉਂ ਉਸਨੇ ਇੱਕ ਬੇਵਕੂਫ ਦੋਸਤ ਦੀ ਚੁੱਕ ਵਿੱਚ ਆ ਕੇ ਇਹੋ ਜਿਹੇ ਉੱਚ ਆਤਮਾ ਦੀ ਨੀਤੀ ਉੱਤੇ ਸ਼ੱਕ ਕੀਤਾ। ਸ਼ੁਕਲ ਜੀ ਨੂੰ ਅੰਦਰ ਆਇਆ 10 ਮਿੰਟ ਹੋਏ ਸਨ ਕਿ ਰਸੋਈਆ ਨਾਸ਼ਤੇ ਦਾ ਸੁਨੇਹਾ ਲੈ ਆ ਪਹੁੰਚਾ। ਉਹ ਬੜੇ ਪਿਆਰ ਨਾਲ ਨਵਲ ਕਿਸ਼ੋਰ ਦਾ ਹੱਥ ਫੜ ਕੇ ਉਸਨੂੰ ਡਾਈਨਿੰਗ ਰੂਮ ਵੱਲ ਲੈ ਤੁਰੇ। ਡਾਈਨਿੰਗ ਰੂਮ ਅੱਜ ਤੋਂ ਪਹਿਲਾਂ ਨਵਲ ਕਿਸ਼ੋਰ ਨੇ ਨਹੀਂ ਸੀ ਵੇਖਿਆ। ਸੰਗਮਰਮਰ ਦੀ ਗੋਲ ਮੇਜ਼ ਤੇ ਉਸਦੇ ਦੁਆਲੇ ਅੱਧੀ ਦਰਜਨ ਚਮਕਦਾਰ ਕੁਰਸੀਆਂ ਦਾ ਸੈੱਟ ਵੇਖ ਕੇ ਉਸਦੀਆਂ ਅੱਖਾਂ ਚੁੰਧਿਆ ਗਈਆਂ।
ਤਕਲੀਫ ਉਸਦੇ ਦਿਲ ਨੂੰ ਇਸ ਗੱਲ ਦੀ ਹੋਈ ਕਿ ਉਸ ਦਾ ਕੱਪੜਾ ਲੱਤਾ ਇਹੋ ਜਿਹੇ ਸ਼ਾਨਦਾਰ ਟੇਬਲ ਅੱਗੇ ਬੈਠਣ ਯੋਗ ਨਹੀਂ ਸੀ। ਪਹਿਲਾ ਵਿਚਾਰ ਉਸਦੇ ਅੰਦਰ ਇਹ ਫੁਰਿਆ ਕਿ ਸਭ ਤੋਂ ਪਹਿਲਾਂ ਕੱਪੜੇ ਲੱਤੇ ਵੱਲ ਧਿਆਨ ਦੇਣਾ ਉਸ ਲਈ ਜ਼ਰੂਰੀ ਹੈ। ਬੈਠਣ ਤੋਂ ਬਾਅਦ ਨਾਸ਼ਤਾ ਆਇਆ ਤੇ ਜਿਸ ਨੂੰ ਖਾਣਾ ਤਾਂ ਕਿਤੇ ਰਿਹਾ, ਵੇਖਣਾ ਵੀ ਅੱਜ ਤੱਕ ਉਸ ਨੂੰ ਨਸੀਬ ਨਹੀਂ ਸੀ ਹੋਇਆ। ਉਹ ਦਿਨ ਰਾਤ ਵਾਲੀ ਉਹ ਹੋਟਲ ਵਿੱਚ ਖਾਧੀ ਹੋਈ ਰੋਟੀ ਇਸ ਦੇ ਸਾਹਮਣੇ ਉਸ ਨੂੰ ਤੁਸ਼ ਜਾਪੀ। ਘਿਓ ਵਿੱਚ ਤਲੇ ਹੋਏ ਨਿੱਕੇ-ਨਿੱਕੇ ਕੂਲੇ-ਕੂਲੇ ਪਰੌਂਠੇ ਨਾਲ ਆਮਲੇਟ, ਕੇਸਰ ਵਿੱਚ ਰਸੀ ਹੋਈ ਮਲਾਈ, ਮੱਖਣ ਤੇ ਹੋਰ ਕਿੰਨਾ ਹੀ ਨਿੱਕ ਸੁੱਕ। ਤੇ ਸਭ ਤੋਂ ਸ਼ਾਨਦਾਰ ਚੀਜ਼ ਜਿਹੜੀ ਉਸ ਨੂੰ ਜਚੀ ਸੀ, ਸੁਨਹਿਰੀ ਟੀ ਸੈੱਟ ਵਿੱਚ ਲਿਆਂਦੀ ਹੋਈ ਚਾਹ, ਜਿਹੜੀ ਖਾਸ ਕਿਸਮ ਦੀਆਂ ਪੱਤੀਆਂ ਦੀ ਵਰਤੋਂ ਤੇ ਖਾਸ ਜੁਗਤ ਨਾਲ ਤਿਆਰ ਕੀਤੀ ਗਈ ਸੀ। ਪਹਿਲਾਂ ਕੱਪ ਪੀਂਦਿਆਂ ਹੀ ਨਵਲ ਕਿਸ਼ੋਰ ਨੂੰ ਇੱਕ ਮਿੱਠਾ-ਮਿੱਠਾ ਸਰੂਰ ਜਿਹਾ ਆਉਣਾ ਸ਼ੁਰੂ ਹੋ ਗਿਆ ਤੇ ਜਦ ਦੂਜਾ ਉਸਦੇ ਸੰਗੋਂ ਉਤਰਿਆ ਤਾਂ ਕਿੱਧਰ ਗਈ ਚਿੰਤਾ ਤੇ ਕਿੱਧਰ ਗਏ ਫਿਕਰ। ਉਸ ਨੂੰ ਆਪਣਾ ਸਰੀਰ ਹਵਾ ਵਿੱਚ ਉੱਡਦਾ ਮਹਿਸੂਸ ਹੋਣ ਲੱਗਾ। ਖਾਣ ਪੀਣ ਦੇ ਨਾਲ-ਨਾਲ ਹੀ ਸ਼ੁਕਲ ਜੀ ਨੇ ਵਾਰਤਾਲਾਪ ਵੀ ਜਾਰੀ ਰੱਖਿਆ। ਦੇਖ ਬੇਟਾ ਕਿਸ਼ੋਰ, ਮੇਰੀ ਸਲਾਹ ਤਾਂ ਨਹੀਂ ਸੀ ਹਾਲੇ ਤੈਨੂੰ ਦੱਸਣ ਦੀ, ਪਰ ਇਹ ਸੋਚ ਕੇ ਤੈਨੂੰ ਕੋਈ ਗਲਤਫਹਿਮੀ ਨਾ ਪੈਦਾ ਹੋ ਜਾਵੇ, ਅੱਜ ਮੈਂ ਸਾਰੀ ਅਸਲੀਅਤ ਤੇਰੇ ਸਾਹਮਣੇ ਖੋਲ ਦੇਣਾ ਚਾਹੁੰਦਾ ਹਾਂ। ਇਸੇ ਲਈ ਅੱਜ ਤੈਨੂੰ ਸੱਦਣ ਵਾਲਾ ਸਾਂ। ਨਵਲ ਕਿਸ਼ੋਰ ਨੇ ਅਚੰਭਿਤ ਜਿਹੀ ਨਜ਼ਰ ਨਾਲ ਤੱਕਿਆ। ਸ਼ੁਕਲ ਹੋਰਾ ਕਹਿਣਾ ਜਾਰੀ ਰੱਖਿਆ, ਬੇਟਾ ਮੈਂ ਬੜਾ ਅਭਾਗਾ ਹਾਂ ਕਿ ਇਸ ਦੁਨੀਆ ਵਿੱਚ ਆ ਕੇ ਪੁੱਤਰ ਦੇ ਮੂੰਹ ਨੂੰ ਅੱਜ ਤੱਕ ਸਹਿਕਦਾ ਰਿਹਾ। ਖਬਰੇ ਪੂਰਬਲੇ ਜਨਮ ਵਿੱਚ ਕਿਹੜੇ ਪਾਪ ਕੀਤੇ ਸਨ ਕਿ ਸੰਤਾਨ ਵਜੋਂ ਨਾਮੁਰਾਦੀ ਹੀ ਮੇਰੇ ਪੱਲੇ ਪੈ ਗਈ। ਕਈ ਵਾਰੀ ਸੋਚਦਾ ਸਾਂ ਇਹ ਘਰ-ਬਾਰ, ਇਹ ਮਾਲ ਦੌਲਤ, ਇਹ ਐਡਾ ਵੱਡਾ ਐਸ਼ਵਰਯ ਆਖਿਰ ਕਾਹਦੇ ਲਈ, ਜਦਕਿ ਹਾਲਤ ਇਹ ਹੈ ਕਿ ਅੱਜ ਮੋਏ ਕੱਲ ਦੂਜਾ ਦਿਹਾੜਾ। ਨਵਲ ਕਿਸ਼ੋਰ ਨੇ ਅਨੁਭਵ ਕੀਤਾ ਜਿਵੇਂ ਪੰਡਤ ਜੀ ਦੇ ਗਲੇ ਵਿੱਚ ਅਥਰੂਆਂ ਦੀ ਤਰਾਵਤ ਰਲਦੀ ਜਾ ਰਹੀ ਹੈ। ਚਾਹ ਦਾ ਪਿਆਲਾ ਖਤਮ ਹੋਣ ਤੋਂ ਬਾਅਦ ਉਹ ਫਿਰ ਬੋਲੇ, ਪਹਿਲਾਂ ਤਾਂ ਵਿਚਾਰ ਕੀਤਾ ਕਿ ਸਭ ਕੁਝ ਦਾਨ ਪੁੰਨ ਕਰਕੇ ਤੇਰੀ ਬੀਬੀ ਸਮੇਤ ਕਾਂਸ਼ੀ ਵਾਸ ਕਰ ਲਵਾਂ, ਪਰ ਇਹ ਜਿਹੜਾ ਦੇਸ਼ ਸੇਵਾ ਦਾ ਬੀੜਾ ਚੁੱਕਿਆ ਹੋਇਆ, ਇਸ ਦਾ ਕੀ ਕਰਾਂ। ਤੈਨੂੰ ਪਤਾ ਨਹੀਂ ਕਿਸ਼ੋਰ, ਇਸ ਵਿਖੜੇ ਰਸਤੇ ਪੈ ਕੇ ਮੈਨੂੰ ਕਿਹੜੇ-ਕਿਹੜੇ ਕਸ਼ਟ ਝੱਲਣੇ ਪਏ। ਪੂਰੇ 10 ਸਾਲ ਮੈਂ ਜੇਲ੍ਹ ਦੀਆਂ ਕੋਠੜੀਆਂ ਵਿੱਚ ਗੁਜ਼ਾਰੇ, ਪੁਲਿਸ ਦੀਆਂ ਡਾਂਗਾਂ ਨਾਲ ਕਈ ਵਾਰੀ ਫੱਟੜ ਹੋਇਆ। ਭਲਾ ਇਹੋ ਜਿਹੇ ਪ੍ਰੈਸਾਂ ਦੀ ਮੈਨੂੰ ਕੀ ਪਰਵਾਹ ਪਈ ਸੀ। ਘਰ ਦੀ ਲੱਖਾਂ ਦੀ ਜਾਇਦਾਦ ਸੀ ਜਿਹੜੀ ਅੰਗਰੇਜ਼ੀ ਹਕੂਮਤ ਨੇ ਜ਼ਬਤ ਕਰ ਲਈ। ਕੋਈ ਬੜੀ ਗੱਲ ਨਹੀਂ ਸੀ ਜੇ ਤੇਰੇ ਭਾਗਾਂ ਨੂੰ ਕਾਂਗਰਸ ਹਕੂਮਤ ਉਸ ਨੂੰ ਵਾਰਗੁਜ਼ਾਰ ਕਰ ਦੇਵੇ। ਇਹ ਤੇਰੇ ਭਾਗਾਂ ਨੂੰ ਸੁਣ ਕੇ ਨਵਲ ਕਿਸ਼ੋਰ ਦੇ ਅੰਦਰ ਕੁਝ ਇਸ ਤਰ੍ਹਾਂ ਦੀ ਚੋਟ ਜਿਹੀ ਮਹਿਸੂਸ ਹੋਈ ਜਿਵੇਂ ਕਿਸੇ ਕੰਗਾਲ ਦੀ ਛਾਤੀ ਵਿੱਚ ਸੋਨੇ ਦੀ ਇੱਟਾਂ ਵੱਜੇ ਤੇ ਇੱਕ ਛੋਟਾ ਜਿਹਾ ਵਾਕ ਅੰਸ਼ ਫੈਲਦਾ ਉਸਦੀਆਂ ਅੱਖਾਂ ਸਾਹਮਣੇ ਸ਼ੁਕਲ ਜੀ ਦੇ ਪ੍ਰੈਸ ਨਾਲੋਂ ਵੀ, ਉਹਨਾਂ ਦੇ ਇਸ ਵਿਸ਼ਾਲ ਭਵਨ ਨਾਲੋਂ ਵੀ ਵੱਡਾ ਹੋ ਕੇ ਚੱਕਰ ਖਾਣ ਲੱਗ ਪਿਆ। ਸੁਣ ਰਿਹਾ ਕਿਸ਼ੋਰ? ਕਿਸ਼ੋਰ ਦੀ ਭਾਵ ਭੰਗੀ ਨੂੰ ਜਾਂਚ ਕੇ ਸ਼ੁਕਲ ਜੀ ਨੇ ਉਸਦਾ ਮੋਢਾ ਟੁੰਬਿਆ। ਬੇਟਾ ਮੇਰੀ ਗੱਲ ਧਿਆਨ ਨਾਲ ਸੁਣ ਜਰਾ। ਨਵਲ ਕਿਸ਼ੋਰ ਨੂੰ ਕੋਈ ਪਤਾ ਨਹੀਂ ਸੀ ਕਿ ਉਸ ਤੇਰੇ ਭਾਗਾਂ ਤੋਂ ਬਾਅਦ ਸ਼ੁਕਲ ਜੀ ਕੀ ਕੁਝ ਬੋਲ ਗਏ ਸਨ। ਜੀ ਮੈਂ ਸੁਣਨਾ ਪਿਆ, ਕਹਿੰਦਾ ਹੋਇਆ ਉਹ ਜਰਾ ਚੇਤਨ ਹੋ ਬੈਠਾ। ਨਾਸ਼ਤੇ ਦਾ ਕੰਮ ਲਗਭਗ ਖਤਮ ਹੋ ਚੁੱਕਾ ਸੀ ਕਿਉਂਕਿ ਸ਼ੁਕਲ ਜੀ ਸ਼ਾਇਦ ਕਿਤੇ ਜਾਣ ਦੀ ਕਾਹਲ ਵਿੱਚ ਜਲਦੀ ਮੁਕਾ ਰਹੇ ਸਨ। ਹਾਂ ਮੈਂ ਕਹਿ ਰਿਹਾ ਸਾਂ, ਸ਼ੁਕਲ ਜੀ ਨੇ ਟੁੱਟੀ ਹੋਈ ਲੜੀ ਨੂੰ ਗੰਢਦਿਆਂ ਕਹਿਣਾ ਸ਼ੁਰੂ ਕੀਤਾ। ਵੈਸੇ ਹਰ ਤਰ੍ਹਾਂ ਨਾਲ ਈਸ਼ਵਰ ਦੀ ਕਿਰਪਾ ਹੈ। ਕਹਿੰਦਿਆਂ ਸ਼ੁਕਲ ਜੀ ਨੇ ਆਪਣੀ ਜਵਾਹਰ ਜਾਕਟ ਦੀ ਜੇਬ ਚੋਂ ਬੈਂਕ ਦੀ ਪਾਸਬੁੱਕ ਕੱਢ ਕੇ ਨਵਲ ਕਿਸ਼ੋਰ ਸਾਹਮਣੇ ਫੋਲੀ। ਨਵਲ ਕਿਸ਼ੋਰ ਨੇ ਚੋਰ ਅੱਖ ਨਾਲ ਕ੍ਰੈਡਿਟ ਦੇ ਖਾਨੇ ਵਿੱਚ ਟੋਟਲ ਵਾਲੀ ਰਕਮ ਤੱਕੀ, ਪਰ ਪੂਰੇ ਧਿਆਨ ਨਾਲ ਨਹੀਂ, ਕਿਉਂਕਿ ਉਹ ਜਾਣਦਾ ਸੀ ਕਿ ਇਸ ਤਰ੍ਹਾਂ ਦੀ ਹਰਕਤ ਨੂੰ ਲੋਭ ਜਾਂ ਖੁਦਗਰਜੀ ਸਮਝਿਆ ਜਾਵੇਗਾ। ਫਿਰ ਵੀ 5 ਹਿੱਸਿਆਂ ਵਾਲੀ ਉਸ ਰਕਮ ਦਾ ਪਹਿਲਾ ਹਿੱਸਾ ਵੇਖਣ ਤੋਂ ਰੁਕ ਨਾ ਸਕਿਆ, ਜਿਹੜਾ 4 ਸੀ, ਜਿਸ ਦਾ ਤਲਬ ਸੀ 40,000 ਤੋਂ ਉੱਪਰ ਦਾ ਟੋਟਲ। ਪਾਸਬੁੱਕ ਨੂੰ ਮੁੜ ਜੇਬ ਵਿੱਚ ਪਾ ਕੇ ਸ਼ੁਕਲ ਜੀ ਕਹਿੰਦੇ ਗਏ, ਮਿੱਤਰਾਂ ਨੇ ਸਲਾਹ ਦਿੱਤੀ ਕਿ ਮੈਨੂੰ ਕੋਈ ਯੋਗ ਲੜਕਾ ਦੇਖ ਕੇ ਮੁਤਬੰਨਾ ਬਣਾ ਲੈਣਾ ਚਾਹੀਦਾ ਹੈ। ਮੈਨੂੰ ਵੀ ਇਹ ਸਲਾਹ ਪਸੰਦ ਆਈ, ਪਰ ਅੱਜ ਕੱਲ੍ਹ ਦੇ ਸਮੇਂ ਵਿੱਚ ਇਹੋ ਜਿਹੇ ਨੇਕ ਲੜਕੇ ਲੱਭਣਾ ਕਿਹੜਾ ਸੁਖਾਲਾ ਏ। ਤਲਾਸ਼ ਜਾਰੀ ਰੱਖੀ ਤੇ ਅਖੀਰ ਅਚਾਨਕ ਹੀ ਮੇਰੀ ਨਜ਼ਰ ਤੇਰੇ ਉੱਤੇ ਜਾ ਅਟਕੀ। ਕਿਸ਼ੋਰ, ਇਹ ਜਿਹੜੀ ਪ੍ਰੈਸ ਜਾਂ ਮਕਾਨ ਬਾਬਤ ਦਸਤਖਤ ਮੈਂ ਤੇਰੇ ਵੱਲੋਂ ਦਿਵਾ ਰਿਹਾ ਹਾਂ, ਤੂੰ ਕੀ ਖਿਆਲ ਕਰਦਾ ਏ ਕਿ ਇਹ ਕੰਮ ਮੈਂ ਆਪਣੇ ਲਈ ਕੀਤਾ ਏ? ਭਲਾ ਸੋਚ, ਮੈਨੂੰ ਕੀ ਲੋੜ ਪਈ ਸੀ ਇਹੋ ਜਿਹੇ ਖਲ ਜਗਨ ਸਹੇੜਨ ਦੀ? ਨਾਲੇ ਮੇਰਾ ਇਸ ਉੱਤੇ ਹੱਕ ਵੀ ਕੀ ਸੀ? ਮੈਂ ਰਿਫਿਊਜੀ ਥੋੜਾ ਹੀ ਸਾਂ। ਮੈਂ ਸੋਚਿਆ ਤੂੰ ਰਿਫਿਊਜੀ ਏ ਤੇ ਤੇਰਾ ਇਹਨਾਂ ਚੀਜ਼ਾਂ ਉੱਤੇ ਹੱਕ ਵੀ ਬਣਦਾ ਹੈ, ਜਦਕਿ ਆਪਣੀ ਸਭ ਰਾਸ ਪੂੰਜੀ ਤੂੰ ਪਾਕਿਸਤਾਨ ਛੱਡ ਆਇਆ ਹੈ। ਫਿਰ ਕਿਉਂ ਨਾ ਮੈਂ ਤੇਰਾ ਭਵਿੱਖ ਬਣਾਉਣ ਲਈ ਆਹਰ ਕਰਦਾ। ਮੇਰੀ ਸਲਾਹ ਤਾਂ ਹਜੇ ਤੈਨੂੰ ਅਸਲ ਗੱਲ ਦੱਸਣ ਦੀ ਨਹੀਂ ਸੀ, ਕਿਉਂਕਿ ਮੈਂ ਜਾਣਦਾ ਹਾਂ ਜੇ ਅੱਜ ਇਹ ਗੱਲ ਜ਼ਾਹਰ ਹੋ ਗਈ ਤਾਂ ਤੇਰੇ ਹੀ ਕੈਂਪ ਵਿੱਚੋਂ ਕਈ ਐਸੇ ਆਦਮੀ ਉੱਠ ਖੜੋਣਗੇ ਜਿਹੜੇ ਹਰ ਹੀਲੇ ਚੀਜ਼ ਦੇ ਥੁੱਕ ਹਾਨ ਵਿੱਚ ਅੱਡੀ ਚੋਟੀ ਦਾ ਜ਼ੋਰ ਲਾ ਦੇਣਗੇ, ਤੇ ਤੂੰ ਹੋਇਓ ਹਜੇ ਨਿਦਾਨ। ਏਡੀ ਖੁਸ਼ੀ ਤੂੰ ਪਚਾ ਸਕਣੀ ਨਹੀਂ, ਪਰ ਜਿਸ ਵੇਲੇ ਮੈਂ ਤੇਰੇ ਰੰਗ ਢੰਗ ਕੁਝ ਹੋਰ ਤਰ੍ਹਾਂ ਦਾ ਵੇਖਿਆ ਤਾਂ ਮੈਨੂੰ ਵਿਸ਼ਵਾਸ ਹੋ ਗਿਆ ਕਿ ਤੂੰ ਇਹ ਤਰੱਕੀ ਤੇ ਨਾਮ ਵਾਲੀ ਗੱਲ ਹਾਲੇ ਕਿਸੇ ਨੂੰ ਨਾ ਦੱਸੀ। ਦੱਸ ਕੀ ਮੈਂ ਗਲਤ ਕਿਹਾ ਹੈ? ਤੇ ਆਪਣੇ ਸਵਾਲ ਦਾ ਜਵਾਬ ਦੇਣ ਲਈ ਸ਼ੁਕਲ ਜੀ ਨੇ ਐਸੇ ਮਿਕਨਾਤੀਸੀ ਢੰਗ ਨਾਲ ਉਸਦੀਆਂ ਅੱਖਾਂ ਵੱਲ ਤੱਕਿਆ ਕਿ ਨਵਲ ਕਿਸ਼ੋਰ ਦਾ ਦਿਲ ਸਾਰਾ ਭੇਦ ਖੋਲ ਦੇਣ ਲਈ ਬੇਕਾਰ ਹੋ ਉੱਠਿਆ। ਉਹ ਗਿੜਗੜਾ ਕੇ ਜਿਵੇਂ ਰਹਿਮ ਦੀ ਪਿੱਛਿਆ ਮੰਗ ਰਿਹਾ ਹੋਵੇ ਬੋਲਿਆ, ਪਿਤਾ ਜੀ ਮੇਥੋਂ ਬੜੀ ਭੁੱਲ ਹੋਈ।
ਮੈਂ ਆਪਣੇ ਇੱਕ ਦੋਸਤ ਪਾਸ ਜ਼ਿਕਰ ਕਰ ਦਿੱਤਾ। ਉਸੇ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਸੀ ਫੈਸਲਾ ਤੁੜਵਾਉਣ ਲਈ। ਸ਼ੁਕਲ ਜੀ ਦੇ ਲਹਿਜੇ ਵਿੱਚ ਪਿਆਰ ਤੇ ਤਾੜਨਾ ਦੇ ਰਲੇ ਮਿਲੇ ਭਾਵ ਸਨ। ਉਸਨੇ ਤੈਨੂੰ ਕਿਹਾ ਹੋਵੇਗਾ ਕਿ ਸ਼ੁਕਲ ਜੀ ਨੇ ਤੇਰੇ ਨਾਲ ਧੋਖਾ ਕੀਤਾ ਹੈ, ਕਿਉਂ? ਸ਼ਰਮਿੰਦਗੀ ਵਿੱਚ ਡੁੱਬ ਕੇ ਨਵਲ ਕਿਸ਼ੋਰ ਬੋਲਿਆ। ਜੀ, ਤੁਹਾਡਾ ਕਹਿਣਾ ਹਰਫ ਹਰਫ ਸੱਚ ਹੈ। ਖੈਰ, ਸ਼ੁਕਲ ਜੀ ਉਦਾਰਤਾ ਦੀ ਮੂਰਤ ਬਣੇ ਹੋਏ ਸਨ। ਮੈਨੂੰ ਤੇਰੇ ਦੋਸਤ ਦਾ ਨਾਂ ਪੁੱਛਣ ਦੀ ਲੋੜ ਨਹੀਂ, ਕਿਉਂਕਿ ਮੈਂ ਜਾਣਦਾ ਹਾਂ ਉਸਨੇ ਜੋ ਕੁਝ ਵੀ ਕੀਤਾ ਹੈ ਦੋਸਤੀ ਦੇ ਜਜ਼ਬੇ ਵਿੱਚ ਤੇ ਭਲਾਈ ਦੇ ਖਿਆਲ ਨਾਲ ਹੀ ਕੀਤਾ ਹੋਵੇਗਾ। ਪਰ ਮੇਰਾ ਕਿਆਸ ਕਹਿੰਦਾ ਹੈ ਕਿ ਉਹ ਵੀ ਕੋਈ ਤੇਰੇ ਵਰਗਾ ਨੌਜਵਾਨ ਹੀ ਹੋਵੇਗਾ ਜਿਸਨੇ ਇਸ ਮਾਮਲੇ ਨੂੰ ਦੂਰ ਅੰਦੇਸ਼ੀ ਨਾਲ ਨਹੀਂ ਸੋਚਿਆ। ਮੈਂ ਉਸ ਵੇਲੇ ਕਿਉਂਕਿ ਸਖਤ ਰੁਝੇਵੇਂ ਵਿੱਚ ਸਾਂ, ਬਹਿਸ ਕਰਨ ਜਾਂ ਤੇਰੀ ਤਸੱਲੀ ਕਰਾਉਣ ਲਈ ਮੇਰੇ ਕੋਲ ਵਕਤ ਨਹੀਂ ਸੀ। ਇਸੇ ਲਈ ਮੈਂ ਤੈਨੂੰ ਆਮ ਲੋੜਾਂ ਪੂਰੀਆਂ ਕਰਨ ਲਈ 500 ਰੁਪਏ ਹੋਰ ਦੇ ਦਿੱਤੇ। ਪਰ ਰਾਤੀ ਮੈਂ ਇਸ ਮਾਮਲੇ ਉੱਤੇ ਹੋਰ ਗਹਿਰੀ ਸੋਚ ਵਿਚਾਰ ਕਰਨ ਤੋਂ ਬਾਅਦ ਇਸ ਨਤੀਜੇ ਉੱਤੇ ਪਹੁੰਚਿਆ ਕਿ ਹੁਣ ਇਹ ਭੇਤ ਮੈਨੂੰ ਤੇਰੇ ਪਾਸੋਂ ਲੁਕਾ ਕੇ ਨਹੀਂ ਰੱਖਣਾ ਚਾਹੀਦਾ। ਨਾਲੇ ਜਦ ਕਿ ਮੈਂ ਯਕੀਨੀ ਤੌਰ ਤੇ ਤੈਨੂੰ ਪੁੱਤਰ ਬਣਾਉਣ ਦਾ ਫੈਸਲਾ ਕਰ ਚੁੱਕਾ ਹਾਂ ਤੇ ਬਹੁਤ ਜਲਦੀ ਕਿਸੇ ਵਕੀਲ ਨਾਲ ਮਿਲ ਕੇ ਸਾਰੀ ਜਾਇਦਾਦ ਤੇਰੇ ਨਾਲ ਵਸੀਅਤ ਕਰਾ ਦੇਣੀ ਹੈ, ਤਾਂ ਫਿਰ ਲੁੱਕ ਲੁਕਾਓ ਰੱਖਣ ਦਾ ਫਾਇਦਾ ਹੀ ਕੀ? ਬਾਕੀ ਰਹਿ ਗਿਆ ਪ੍ਰੈਸ ਤੇ ਮਕਾਨ ਦੀ ਅਲਾਟਮੈਂਟ ਦਾ ਸਵਾਲ। ਸੋ ਬੀਬਾ, ਜੇ ਤਾਂ ਤੈਨੂੰ ਲੋੜ ਹੈ ਇਹ ਦੋਵੇਂ ਚੀਜ਼ਾਂ ਤੇਰੇ ਕਬਜ਼ੇ ਵਿੱਚ ਰਹਿਣ, ਤਾਂ ਭਾਵੇਂ ਤੈਨੂੰ ਕੋਈ ਸੂਲੀ ਤੇ ਟੰਗ ਦੇਵੇ, ਇਸ ਗੱਲ ਦਾ ਭੇਦ ਬਾਹਰ ਨਹੀਂ ਕੱਢਣਾ ਹੋਵੇਗਾ। ਤੇ ਜੇ ਸੱਚਮੁੱਚ ਹੀ ਤੈਨੂੰ ਲੋੜ ਨਹੀਂ ਤਾਂ ਮੇਰਾ ਕੀ ਹੈ? ਨਵਲ ਕਿਸ਼ੋਰ ਉੱਠ ਕੇ ਸ਼ੁਕਲ ਜੀ ਦੇ ਪੈਰਾਂ ਤੇ ਢਹਿ ਪਿਆ ਤੇ ਇੱਕ ਵਾਰੀ ਫੇਰ ਗਿੜਗੜਾਇਆ। ਮੈਨੂੰ ਪਿਛਲੀ ਭੁੱਲ ਦੀ ਮਾਫੀ ਦਿਓ ਪਿਤਾ ਜੀ। ਅੱਗੇ ਲਈ ਕਦੀ ਵੀ ਮੈਂ ਇਹੋ ਜਿਹੀ ਗਲਤੀ ਨਹੀਂ ਕਰਾਂਗਾ, ਭਾਵੇਂ ਦੋਸਤ ਛੱਡ ਕੇ ਬ੍ਰਹਮਾ ਵਿਸ਼ਨੂੰ ਵੀ ਕਿਉਂ ਨਾ ਚੱਲ ਕੇ ਆ ਜਾਵੇ। ਸ਼ਾਬਾਸ਼, ਉਸਨੂੰ ਥਾਪੀ ਦਿੰਦੇ ਹੋਏ ਸ਼ੁਕਲ ਜੀ ਬੋਲੇ। ਮੈਨੂੰ ਤੇਰੇ ਪਾਸੋਂ ਇਹੋ ਉਮੀਦ ਸੀ। ਬੇਟਾ, ਦੁਨੀਆ ਦੋ ਮੂੰਹੀ ਤਲਵਾਰ ਹੈ, ਸੋ ਆਪਣੇ ਮਤਲਬ ਨਾਲ ਵਾਸਤਾ ਰੱਖ। ਜਿੰਨਾ ਪੱਕਾ ਰਹੇਗਾ ਉਨਾ ਹੀ ਫਾਇਦਾ ਉਠਾਏਗਾ। ਬਾਕੀ ਮੇਰੀ ਤਾਂ ਗੱਲ ਹੀ ਛੱਡ, ਕੰਧੀ ਉੱਤੇ ਰੁਖੜੇ ਵਾਲੀ ਹਾਲਤ ਹੈ। ਹਾਂ, ਮੈਨੂੰ ਤੇਰੇ ਉੱਤੇ ਭਰੋਸਾ ਹੈ ਕਿ ਮੇਰੇ ਪਿੱਛੋਂ ਤੂੰ ਆਪਣੀ ਬੀਬੀ ਦਾ ਪੂਰਾ ਸਤਿਕਾਰ ਕਾਇਮ ਰੱਖੇਗਾ ਤੇ ਉਸਨੂੰ ਕਿਸੇ ਬਸ ਕਰੋ ਪਿਤਾ ਜੀ, ਨਵਲ ਕਿਸ਼ੋਰ ਨੇ ਸਖਤ ਵਿਰੋਧੀ ਲਹਿਜੇ ਵਿੱਚ ਕਿਹਾ। ਇਹੋ ਜਿਹੀ ਗੱਲ ਨਾ ਮੂੰਹੋਂ ਕੱਢੋ। ਤੁਹਾਡਾ ਦੋਹਾਂ ਦਾ ਸਾਇਆ ਹਮੇਸ਼ਾ ਮੇਰੇ ਸਿਰ ਉੱਤੇ ਕਾਇਮ ਰਹੇ। ਹਾਂ, ਤੇ ਇੱਕ ਗੱਲ ਹੋਰ ਸੁਣ, ਸ਼ੁਕਲ ਜੀ ਚੇਤਾਵਨੀ ਕਰਨ ਲੱਗੇ। ਖਾਹਿਸ਼ ਤਾਂ ਮੇਰੀ ਇਹੋ ਹੈ ਕਿ ਤੁਹਾਡਾ ਕੁਨਬਾ ਇਸੇ ਮਕਾਨ ਵਿੱਚ ਆ ਕੇ ਰਹੇ ਤੇ ਸੁਖ ਮਾਣੇ। ਥਾਂ ਬਥੇਰੀ ਖੁੱਲੀ ਹੈ, ਪਰ ਮੈਂ ਤੈਨੂੰ ਦੱਸ ਚੁੱਕਾ ਹਾਂ ਕਿ ਹਜੇ ਮੈਂ ਇਸ ਭੇਦ ਨੂੰ ਪ੍ਰਗਟ ਨਹੀਂ ਹੋਣ ਦੇਣਾ ਚਾਹੁੰਦਾ। ਮੇਰੀ ਸਲਾਹ ਹੈ ਕਿ ਹਾਲੇ ਜੋ ਕੁਝ ਹੋਵੇ ਅੰਦਰੇ ਅੰਦਰ ਹੋਈ ਜਾਵੇ। ਇਸ ਲਈ ਵੀ ਲੋੜ ਹੈ ਕਿ ਮੇਰੇ ਦੂਰ ਨੇੜੇ ਦੇ ਰਿਸ਼ਤੇਦਾਰਾਂ ਚੋਂ ਕਈ ਐਸੇ ਨੇ ਜਿਨ੍ਹਾਂ ਦੀ ਤੱਕ ਮੇਰੀ ਜਾਇਦਾਦ ਉੱਤੇ ਹੈ। ਭਾਵੇਂ ਮੈਂ ਜਾਣਦਾ ਹਾਂ ਕਾਨੂੰਨ ਨੂੰ ਮੇਰਾ ਕੁਝ ਨਹੀਂ ਕਰ ਸਕਦੇ, ਫਿਰ ਵੀ ਇੱਕ ਖਤਰਾ ਤਾਂ ਅਵਸ਼ ਹੈ। ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਤੈਨੂੰ ਆਪਣੀ ਜਾਇਦਾਦ ਦਾ ਕਾਨੂੰਨੀ ਵਾਰਸ ਬਣਾ ਦਿੱਤਾ ਹੈ, ਤਾਂ ਜ਼ਰੂਰ ਤੂੰ ਉਹਨਾਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਜਾਵੇਂਗਾ। ਨਾ ਜਾਣੀਏ ਉਹ ਤੈਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ। ਸੋ ਇਸ ਉਲਝਣ ਦਾ ਇਲਾਜ ਇੱਕੋ ਹੈ ਕਿ ਹਾਲੇ ਸਾਲ 6 ਮਹੀਨੇ ਇਸ ਗੱਲ ਨੂੰ ਬਿਲਕੁਲ ਗੁੰਮਸੁੰਮ ਰੱਖਿਆ ਜਾਵੇ। ਬਲਕਿ ਇਸ ਦਾ ਭੇਤ ਤੂੰ ਆਪਣੇ ਘਰਦਿਆਂ ਨੂੰ ਵੀ ਨਹੀਂ ਦੇਣਾ ਹੋਵੇਗਾ। ਬਹੁਤ ਅੱਛਾ ਪਿਤਾ ਜੀ। ਆਪਣੇ ਅੰਦਰੋਂ ਉੱਠ ਰਹੀਆਂ ਖੁਸ਼ੀ ਦੀਆਂ ਲਹਿਰਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਨਵਲ ਕਿਸ਼ੋਰ ਬੋਲਿਆ। ਮੈਂ ਤੁਹਾਡੇ ਹੁਕਮ ਤੋਂ ਰਾਈ ਪਰ ਵੀ ਬਾਹਰ ਨਹੀਂ ਚੱਲਾਂਗਾ, ਇਸ ਗੱਲ ਦਾ ਤੁਸੀਂ ਯਕੀਨ ਰੱਖੋ। ਮੈਨੂੰ ਯਕੀਨ ਹੈ ਬਰਖੁਰਦਾਰ ਤੇਰੇ ਉੱਤੇ। ਸ਼ੁਕਲ ਜੀ ਉਸਦਾ ਹੱਥ ਘੁੱਟ ਕੇ ਬੋਲੇ। ਜੇ ਯਕੀਨ ਨਾ ਹੁੰਦਾ ਤਾਂ ਮੈਂ ਇਹ ਕਦਮ ਕਿਉਂ ਉਠਾਉਂਦਾ? ਬੇਸ਼ੱਕ ਸ਼ੁਰੂ ਵਿੱਚ ਇੱਕ ਭੁੱਲ ਤੇਰੇ ਕੋਲ ਹੋ ਗਈ ਹੈ, ਜਿਹੜਾ ਤੂੰ ਆਪਣੇ ਦੋਸਤ ਪਾਸ ਭੇਦ ਖੋਲਿਆ ਹੈ, ਪਰ ਅੱਗੇ ਤੋਂ ਜ਼ਰੂਰ ਸੰਭਲ ਕੇ ਚੱਲਣਾ ਹੋਵੇਗਾ। ਕੱਲ ਸਵੇਰੇ 10 ਵਜੇ ਤੂੰ ਇੱਥੇ ਪਹੁੰਚ ਜਾਈਂ, ਤਾਂ ਜੋ ਕਸਟੋਡੀਅਨ ਦੇ ਦਫ਼ਤਰ ਜਾ ਕੇ ਅਲਾਟਮੈਂਟ ਦਾ ਕੰਮ ਖਤਮ ਕਰ ਦਿੱਤਾ ਜਾਵੇ। ਉਸ ਤੋਂ ਬਾਅਦ ਮੈਂ ਕਿਸੇ ਵਕੀਲ ਨਾਲ ਸਲਾਹ ਕਰਕੇ ਤੈਨੂੰ ਮੁਤਬੰਨਾ ਬਣਾਉਣ ਤੇ ਆਪਣੀ ਜਾਇਦਾਦ ਤੇਰੇ ਨਾਲ ਵਸੀਅਤ ਕਰਨ ਬਾਰੇ ਇੱਕ ਮੁਕੰਮਲ ਪਲਾਨ ਤਿਆਰ ਕਰ ਲਵਾਂਗਾ। ਕੱਲ 10 ਵਜੇ ਜ਼ਰੂਰ ਪਹੁੰਚ ਜਾਏਗਾ ਨਾ? ਨਵਲ ਕਿਸ਼ੋਰ ਨੇ ਸਵੀਕ੍ਰਿਤ ਵਿੱਚ ਸਿਰ ਝੁਕਾ ਦਿੱਤਾ। ਉਹ ਮੂੰਹੋਂ ਬੋਲ ਕੇ ਸ਼ੁਕਲ ਜੀ ਦੀ ਤਸੱਲੀ ਕਰਾਣੀ ਚਾਹੁੰਦਾ ਸੀ, ਪਰ ਇਸ ਵੇਲੇ ਵੱਧਦੀ ਖੁਸ਼ੀ ਨੇ ਉਸਦੀ ਜ਼ੁਬਾਨ ਵਿੱਚੋਂ ਜਿਵੇਂ ਬੋਲਣ ਦੀ ਸ਼ਕਤੀ ਖਤਮ ਕਰ ਦਿੱਤੀ ਸੀ। ਹਰਸ਼ਾ, ਮੈਂ ਜਰਾ ਇੱਕ ਜ਼ਰੂਰੀ ਕੰਮ ਜਾ ਰਿਹਾ ਹਾਂ, ਕਹਿੰਦੇ ਹੋਏ ਸ਼ੁਕਲ ਜੀ ਉੱਠ ਖੜੋਤੇ ਤੇ ਨਾਲ ਹੀ ਨਵਲ ਕਿਸ਼ੋਰ ਵੀ, ਤੇ ਉਸਨੇ ਆਪਣੇ ਧਰਮ ਪਿਤਾ ਦੇ ਚਰਨ ਛੂਹ ਕੇ ਜਾਣ ਦੀ ਆਗਿਆ ਮੰਗੀ। ਉਹ ਪੌੜੀਆਂ ਵੱਲ 5-4 ਹੀ ਕਦਮ ਗਿਆ ਸੀ ਕਿ ਸ਼ੁਕਲ ਜੀ ਨੇ ਉਸਨੂੰ ਇਹ ਕਹਿੰਦਿਆਂ ਹੋਇਆ ਰੋਕ ਲਿਆ। ਸੱਚ ਹੈ, ਲਈ ਜਾ। ਤੇ ਜਦ ਨਵਲ ਕਿਸ਼ੋਰ ਦੁਬਾਰਾ ਮੁੜਿਆ ਤਾਂ ਸ਼ੁਕਲ ਜੀ ਨੇ ਜੇਬ ਵਿੱਚੋਂ ਪਾਸਬੁੱਕ ਤੇ ਨਾਲ ਹੀ ਉਸੇ ਬੈਂਕ ਦੀ ਚੈੱਕਬੁੱਕ ਕੱਢ ਕੇ ਦੋਵੇਂ ਚੀਜ਼ਾਂ ਉਸ ਵੱਲ ਵਧਾਉਂਦਿਆਂ ਕਿਹਾ, ਇਹ ਆਪਣੇ ਕੋਲ ਰੱਖ ਲੈ। ਰੁਪਏ ਪੈਸੇ ਦੀ ਜਦੋਂ ਵੀ ਲੋੜ ਪਏ ਚੈੱਕ ਕੱਟ ਕੇ ਮੇਰੇ ਦਸਤਖਤ ਕਰਵਾ ਕੇ ਲੈ ਜਾਇਆ ਕਰ। ਨਾਲੇ ਇਸ ਨਾਲ ਤੈਨੂੰ ਯਕੀਨ ਵੀ ਆ ਜਾਵੇਗਾ ਕਿ ਭਾਵੇਂ ਕਾਨੂੰਨੀ ਤੌਰ ਤੇ ਹਜੇ ਨਹੀਂ, ਪਰ ਧਾਰਮਿਕ ਤੌਰ ਤੇ ਮੈਂ ਤੈਨੂੰ ਅੱਜ ਤੋਂ ਬਾਅਦ ਹੀ ਪੁੱਤਰ ਦੇ ਰੂਪ ਵਿੱਚ ਪ੍ਰਵਾਨ ਕਰਦਾ ਹਾਂ। ਸ਼ੁਕਲ ਜੀ ਦੀ ਪੇਸ਼ਕਸ਼ ਨੇ ਪਹਿਲਾਂ ਤਾਂ ਨਵਲ ਕਿਸ਼ੋਰ ਦੇ ਹੱਥ ਵਿੱਚ ਹਰਕਤ ਲਿਆਂਦੀ ਕਿ ਉਹ ਦੋਹਾਂ ਚੀਜ਼ਾਂ ਨੂੰ ਫੜ ਲਵੇ, ਪਰ ਜਿਉਂ ਹੀ ਉਹਨਾਂ ਦਾ ਕਿਹਾ ਹੋਇਆ ਅਗਲਾ ਵਾਕ, ਨਾਲੇ ਤੈਨੂੰ ਯਕੀਨ ਆ ਜਾਵੇ, ਉਸਨੇ ਸੁਣਿਆ ਕਿ ਉਹ 2 ਕਦਮ ਪਿਛਾਂਹ ਹਟ ਗਿਆ। ਕਿ ਇਹ ਵੇਲਾ ਉਸ ਲਈ ਆਪਣੇ ਧਰਮ ਪਿਤਾ ਪਾਸੋਂ ਜ਼ਮਾਨਤ ਲੈਣ ਦਾ ਸੀ?
ਉਹ ਉਪੇਖਿਆ ਦੇ ਭਾਵ ਵਿੱਚ ਉਹਨਾਂ ਦੋਹਾਂ ਚੀਜ਼ਾਂ ਵੱਲ ਤੱਕਦਾ ਹੋਇਆ ਕਹਿਣ ਲੱਗਿਆ, ਇਹਨਾਂ ਦੀ ਮੈਨੂੰ ਲੋੜ ਨਹੀਂ ਪਿਤਾ ਜੀ, ਜਿਹੀਆਂ ਤੁਹਾਡੇ ਕੋਲ ਤੇਈਆਂ ਮੇਰੇ ਕੋਲ। ਨਹੀਂ ਨਹੀਂ, ਸ਼ੁਕਲ ਜੀ ਜ਼ੋਰ ਦੇ ਕੇ ਬੋਲੇ, ਇਹ ਲੈ ਜਾ ਬਰਖੁਰਦਾਰ, ਅਕਸਰ ਰੁਪਏ ਪੈਸੇ ਨੂੰ ਸੰਭਾਲਣ ਦਾ ਕੰਮ ਹੁਣ ਉਂਝ ਵੀ ਤੈਨੂੰ ਹੀ ਕਰਨਾ ਪੈਣਾ ਏ। ਮੇਰੇ ਲਈ ਹੋਰ ਬਥੇਰੇ ਖਟਰਾਗ ਨੇ ਕਰਨ ਵਾਲੇ। ਪਰ ਨਵਲ ਕਿਸ਼ੋਰ ਨਹੀਂ ਮੰਨਿਆ। ਉਸਨੂੰ ਇਹ ਵੀ ਖਿਆਲ ਆਇਆ ਕਿ ਕਿਤੇ ਏਦਾਂ ਕਰਕੇ ਮੇਰਾ ਇਮਤਿਹਾਨ ਤੇ ਨਹੀਂ ਲੈ ਰਹੇ, ਸੋ ਉਸਨੇ ਇਹਨਾਂ ਚੀਜ਼ਾਂ ਨੂੰ ਲੈਣ ਤੋਂ ਅਖੀਰ ਤੱਕ ਇਨਕਾਰ ਜਾਰੀ ਰੱਖਿਆ। ਸ਼ੁਕਲ ਜੀ ਬੋਲੇ, ਚੰਗਾ ਬਾਈ, ਜੇ ਤੂੰ ਮੇਰੇ ਸਿਰ ਤੋਂ ਜ਼ਿੰਮੇਵਾਰੀਆਂ ਦਾ ਬੋਝ ਘਟਾਉਣਾ ਹਾਲੇ ਨਹੀਂ ਚਾਹੁੰਦਾ ਤਾਂ ਤੇਰੀ ਮਰਜ਼ੀ, ਪਰ ਇੱਕ ਗੱਲ ਦੀ ਚੇਤਾਵਨੀ ਕਰਦਿਆਂ ਕਿ ਜਦੋਂ ਵੀ ਲੋੜ ਪਵੇ ਆਪ ਹੀ ਆ ਕੇ ਮੈਥੋਂ ਚੈੱਕ ਬੁੱਕ ਫੜ ਲਿਆ ਕਰ, ਜਾਂ ਜਿੰਨੀ ਰਕਮ ਲੋੜ ਹੋਵੇ ਚੈੱਕ ਲਿਖਵਾ ਕੇ ਲੈ ਜਾਇਆ ਕਰ। ਸੁਣਿਆ ਹੀ? ਬਹੁਤ ਅੱਛਾ ਜੀ, ਕਹਿ ਕੇ ਤੇ ਇੱਕ ਵਾਰੀ ਫੇਰ ਸ਼ੁਕਲ ਜੀ ਦੇ ਚਰਨ ਛੂਹ ਕੇ ਉਹ ਪੌੜੀਆਂ ਉਤਰਨ ਲੱਗਾ। ਨਵੀਂ ਪ੍ਰਾਪਤੀ ਦੇ ਨਸ਼ੇ ਵਿੱਚ ਉਸਦੀਆਂ ਲੱਤਾਂ ਸ਼ਰਾਬੀ ਵਾਂਗ ਲੜਖੜਾ ਰਹੀਆਂ ਸਨ। ਜਿਸ ਕੰਮ ਲਈ ਉਹ ਉਚੇਚੇ ਤੌਰ ਤੇ ਆਇਆ ਸੀ, ਉਸ ਦਾ ਉਹਨੂੰ ਚੇਤਾ ਹੀ ਭੁੱਲ ਚੁੱਕਾ ਸੀ। ਧੰਨਵਾਦ।